ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਦਰਸ਼ਕੋ। ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਤੇ ਮੰਚ ਤੋਂ। ਦਰਸ਼ਕੋ, ਅੱਜ ਇੱਕ ਪ੍ਰੋਗਰਾਮ ਹੈ ਜਿਹੜੇ ਕਿ ਜ਼ਖਮ ਕਦੇ ਜਿਹੜੇ ਡੂੰਘੇ ਲੱਗ ਜਾਂਦੇ ਭਰਦੇ ਨਹੀਂਗੇ, ਖਾਸ ਕਰਕੇ ਜੋ ਜ਼ਖਮ ਤੁਹਾਡੇ ਜ਼ਹਿਨ ਦੇ ਉੱਤੇ ਲੱਗੇ ਹਨ। ਸਰੀਰਕ ਜ਼ਖਮ ਤਾਂ ਫਿਰ ਵੀ ਭਰ ਜਾਂਦੇ, ਪਰ ਦੂਸਰੇ ਜਿਹੜੇ ਜ਼ਹਿਨ ਦੇ ਉੱਤੇ ਲੱਗੇ ਹੁੰਦੇ ਨਹੀਂ ਭਰਦੇਗੇ। ਅਗੇਨ ਜੀ ਨਹੀਂ ਕਰਦਾ ਗੱਲਾਂ ਕਰਨ ਨੂੰ, ਕਿਉਂਕਿ 37-38 ਸਾਲਾਂ ਦਾ ਟਾਈਮ ਹੋ ਗਿਆ ਉਹਨਾਂ ਚੀਜ਼ਾਂ ਨੂੰ। ਮੈਂ ਗੱਲ ਕਰ ਰਿਹਾ 1984 ਦੀ। ਦਰਸ਼ਕੋ, ਜੂਨ ਮਹੀਨੇ ਦੇ ਵਿੱਚ ਆਪਣੇ ਸਾਡੀ ਸਾਰਿਆਂ ਤੋਂ ਮੁਕੱਦਸ ਥਾਂ ਸ਼੍ਰੀ ਹਰਿਮੰਦਰ ਸਾਹਿਬ ਯਾਨੀ ਗੋਲਡਨ ਟੈਂਪਲ ਤੇ ਹਮਲਾ ਹੁੰਦਾ, ਤੇ ਉਸ ਤੋਂ ਬਾਅਦ 31 ਅਕਤੂਬਰ ਨੂੰ ਤਤਕਾਲੀਨ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਹੋ ਜਾਂਦਾ ਉਹਨਾਂ ਦੇ ਬਾਡੀਗਾਰਡਾਂ ਤੋਂ। ਕਿਉਂ ਹੁੰਦਾ ਆਪਾਂ ਉਹਨਾਂ ਵਿੱਚ ਨਹੀਂ ਜਾਂਦੇ। ਜੇ ਕਿਸੇ ਨੇ ਕਿਸੇ ਦਾ ਕਤਲ ਕੀਤਾ ਤਾਂ ਸਜ਼ਾ ਮਿਲਣੀ ਚਾਹੀਦੀ ਆ, ਆਪਾਂ ਉਸ ਹੱਕ ਦੇ ਵਿੱਚ ਆ। ਲੇਕਿਨ ਜਦੋਂ ਨਵੰਬਰ 1, 2, 3 ਤੋਂ ਲੈ ਕੇ ਹੋਰ ਵੀ ਅੱਗੇ ਜਿਹੜਾ ਦਿੱਲੀ ਤੇ ਕਾਨਪੁਰ ਤੇ ਹੋਰ ਕਈ ਸ਼ਹਿਰਾਂ ਦੇ ਵਿੱਚ ਕਤਲੇਆਮ ਹੋਇਆ, ਜੈਨੋਸਾਈਡ ਹੋਇਆ। ਕਤਲੇਆਮ ਮੈਂ ਕਹੂੰਗਾ, ਦੰਗੇ ਸ਼ਬਦ ਮੈਂ ਬਿਲਕੁਲ ਕਦੇ ਕਿ ਯੂਜ਼ ਨਹੀਂ ਕੀਤੇ, ਕਿਉਂਕਿ ਦੰਗੇ ਦੋ ਪਾਰਟੀਆਂ ਦੇ ਵਿੱਚ ਹੁੰਦੇ ਆ। ਕਿੱਦਾਂ ਕਤਲੇਆਮ ਹੋਇਆ, ਤੇ ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਨਿਕਲ ਕੇ ਮੋਹਰ ਆਈਆਂ ਵੀ ਕਿ ਕਿਸ ਤਰ੍ਹਾਂ ਸਿੱਖਾਂ ਦੇ ਘਰਾਂ ਨੂੰ ਨਿਸ਼ਾਨੀ ਲਾਈ ਗਈ, ਤੇ ਫਿਰ ਉਹਨਾਂ ਦੇ ਹਥਿਆਰ ਜਮ੍ਹਾਂ ਕਰਾਏ ਗਏ, ਤੇ ਉਸ ਤੋਂ ਬਾਅਦ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਟਾਇਰ ਪਾ ਕੇ ਸਾੜ ਦਿੱਤਾ ਗਿਆ। ਕਿੱਦਾਂ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਬੇਇੱਜ਼ਤ ਕਰ ਦਿੱਤਾ ਗਿਆ। ਨਵੀਆਂ ਡਿਵੈਲਪਮੈਂਟਸ ਆਈਆਂ ਆ। ਉਹ 37-38 ਵਰਿਆਂ ਦੇ ਜਿਹੜਾ ਜਿਹੜਾ ਟਾਈਮ ਟੱਪਿਆ ਆ, ਜਿਨ੍ਹਾਂ ਦੇ ਘਰਾਂ ਦੇ ਜੀ ਚਲੇ ਗਏ, ਉਹਨਾਂ ਤੋਂ ਪੁੱਛੋ ਯਾਰ, ਜਿਨ੍ਹਾਂ ਨੇ ਉਹ ਟਾਈਮ ਦੇਖਿਆ। ਸੱਚੇ ਇਨਸਾਨ ਨੇ। ਆਪਾਂ ਗੱਲ ਨਹੀਂ ਕਰਦੇ ਕਿਸੇ ਹਿੰਦੂ ਜਾਂ ਮੁਸਲਮਾਨ ਜਾਂ ਸਿੱਖ ਦੀ ਗੱਲ ਕਰਦੇ। ਜਿਹੜਾ ਜੀਂਦੀ ਜਾਗਦੀ ਜ਼ਮੀਰ ਵਾਲਾ ਬੰਦਾ ਹੈ, ਉਹਨੇ 37-38 ਸਾਲ ਕਿੱਦਾਂ ਟਪਾਏ ਹੋਣਗੇ, ਜਿਹਨੇ ਆਪ ਦੀ ਅੱਖਾਂ ਨਾਲ ਆ ਚੀਜ਼ਾਂ ਦੇਖੀਆਂ। ਨਵੀਂ ਡਿਵੈਲਪਮੈਂਟ ਇਹ ਆਈ ਹੈ ਕਿ ਇੱਕ ਹੋਰ ਕੇਸ ਸੱਜਣ ਕੁਮਾਰ ਦੇ ਖਿਲਾਫ ਵੀ ਸ਼ਾਇਦ ਸ਼ੁਰੂ ਹੋਣ ਵਾਲਾ, ਉਹਦੇ ਉੱਤੇ ਸੁਣਵਾਈਆਂ, ਤੇ ਉਹਦਾ ਸਾਥੀ ਬਰਮਾਨੰਦ ਗੁਪਤਾ, ਉਹਦੇ ਉੱਤੇ ਵੀ ਬਹੁਤ ਛੇਤੀ ਇੱਕ ਉਹਦੇ ਨਾਲ ਹੀ ਸ਼ਾਇਦ ਉਹ ਕੇਸ ਜਿਹੜਾ ਸ਼ੁਰੂ ਹੋਏਗਾ ਔਰ ਚੱਲਦਾ ਰਹੇਗਾ। ਕੀ ਡੀਟੇਲਸ ਨੇ ਆਪਾਂ ਜੇ ਗੱਲ ਕਰੀਏ ਤਾਂ ਸਾਨੂੰ ਸਾਡੀ ਜਿਹੜੀ ਜੁਡੀਸ਼ਰੀ ਹੈ, ਜਿਹੜੀ ਨਿਆਂ ਪ੍ਰਣਾਲੀ ਹੈ, ਪੂਰਾ ਵਿਸ਼ਵਾਸ ਹੈ। 37-38 ਸਾਲਾਂ ਦੇ ਵਰਿਆਂ ਦੇ ਵਿੱਚ ਕਈ ਬੰਦੇ ਜੇਲ੍ਹ 'ਚ ਗਏ ਵੀ, ਕਈ ਵਧੀਆ ਜੱਜ ਜਿਹੜੇ ਉਹ ਸੰਵਿਧਾਨ ਦੇ ਉੱਤੇ ਵਿਸ਼ਵਾਸ ਰੱਖਦੇ ਆ, ਉਸ ਸੰਵਿਧਾਨ ਨੂੰ ਆਪਦਾ ਜਿੱਦਾਂ ਜੇ ਉਹ ਗੱਦੀ 'ਤੇ ਬਹਿੰਦੇ ਤਾਂ ਉਹ ਇਹ ਸੋਚ ਕੇ ਬਹਿੰਦੇ ਕਿ ਨਾ ਮੈਂ ਨਿਆਂ ਕਰੂੰਗਾ ਚਾਹੇ ਕੁਛ ਵੀ ਹੋਵੇ। ਹੁਣ ਇੱਕ ਨਵੀਂ ਜਿਹੜੀ ਟਿੱਪਣੀ ਇੱਕ ਜੱਜ ਵੱਲੋਂ ਆਈ ਹੈ ਕਿ ਕੋਈ ਨਵਾਂ ਕੇਸ ਆਇਆ ਜਿਹਦੇ ਉੱਤੇ ਕੋਈ ਸ਼ਾਇਦ ਨਵੇਂ ਐਵੀਡੈਂਸ ਹੋਣਗੇ, ਨਹੀਂ ਹੋਣਗੇ। ਉਹ ਚਾਤਪਾਲ ਨੂੰ ਆਪਣੇ ਨਾਲ ਸੀਨੀਅਰ ਐਡਵੋਕੇਟ HS ਫੂਲਕਾ ਬਹੁਤ ਛੇਤੀ ਜੁੜਨਗੇ। ਉਹ ਦੱਸਣਗੇ ਕਿ ਕੀ ਨਵੀਂ ਅਪਡੇਟਸ ਆਈਆਂ ਨੇ, ਨਵੀਆਂ ਚੀਜ਼ਾਂ ਆਈਆਂ ਨੇ, ਤੇ ਜਿਹਦੇ ਉੱਤੇ ਇੱਕ ਜੱਜ ਨੇ ਕਿਹਾ ਕਿ ਕਿਉਂਕਿ ਕੋਈ ਕਿਸੇ ਬੰਦੇ ਬਾਰੇ ਕੇਸ ਹੈ ਜਿਹੜਾ 80 ਵਰਿਆਂ ਦਾ ਹੋ ਗਿਆ, ਤਾਂ ਉਹਦੇ ਵਕੀਲ ਨੇ ਇਹ ਕਿਹਾ ਕਿ ਉਹ 80 ਸਾਲ ਦਾ ਹੋ ਗਿਆ, ਤਾਂ ਹੁਣ ਇਸ ਗੱਲ ਨੂੰ ਆਪਾਂ ਛੱਡ ਦਈਏ ਤੇ ਉਹਨੂੰ ਮਾफ़ ਕਰ ਦਿੱਤਾ ਜਾਣਾ ਚਾਹੀਦਾ। ਤਾਂ ਇੱਕ ਮਾਣਯੋਗ ਜੱਜ ਨੇ ਇਹ ਟਿੱਪਣੀ ਕੀਤੀ ਹੈ ਦਰਸ਼ਕੋ ਕਿ ਨੋ, ਨੇਸ਼ਨ ਇਜ਼ ਸਟਿਲ ਬਲੀਡਿੰਗ। ਇੱਕ ਮਾਣਯੋਗ ਜੱਜ ਨੇ, ਤੇ ਉੱਥੇ ਹੀ ਇੱਕ ਜੱਜ ਦਾ ਨੈਗੇਟਿਵ ਕਿਰਦਾਰ ਵੀ ਓਵਰ ਦਾ ਪੀਰੀਅਡ ਆਫ ਟਾਈਮ, ਇੱਕ ਜੱਜ ਦਾ ਕਿਰਦਾਰ ਨੈਗੇਟਿਵ ਪੁਆਇੰਟ, ਉਹਦਾ ਜਿਹੜੀ ਨੈਗੇਟਿਵਿਟੀ, ਉਹਨੇ ਕਿੱਦਾਂ ਕਿਸੇ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ, ਕੀ ਕੁਛ ਕੀਤਾ, ਉਹ ਵੀ ਸਾਹਮਣੇ ਆਈ। ਉਹ ਵੀ ਤੁਹਾਡੇ ਰੂਬਰੂ ਸਾਰੀਆਂ ਗੱਲਾਂ ਫੁਲਕਾ ਸਾਹਿਬ ਨੂੰ ਪੁੱਛਾਂਗੇ ਜਦੋਂ 5-7 ਮਿੰਟਾਂ ਤੱਕ ਆਪਣੇ ਨਾਲ ਜੁੜਨਗੇ। ਅਗੇਨ ਦਰਸ਼ਕੋ, ਆਪਾਂ ਦਿੱਲੀ ਦੀ ਗੱਲ ਕਰੀਏ। ਹੁਣੀ ਇੱਕ ਫਿਲਮ ਆਈ ਹੈ ਦਿਲਜੀਤ ਦੋਸਾਂਝ ਦੀ ਜੋਗੀ, ਜਿਹਦੇ ਵਿੱਚ ਉਹਨਾਂ ਨੇ ਦਰਸਾਇਆ ਕਿ ਦਿੱਲੀ ਦੀ ਤਰਲੋਕਪੁਰੀ ਦੇ ਵਿੱਚ ਕਿਸ ਤਰ੍ਹਾਂ ਲਾਸ਼ਾਂ ਵਿਛੀਆਂ, ਕਿਸ ਤਰ੍ਹਾਂ ਕਈ ਹਿੰਦੂ ਭਰਾ ਜਾਂ ਕੋਈ ਹੋਰ ਭਰਾ ਜਾਨਾਂ ਬਚਾਉਣ ਵਿੱਚ ਵੀ ਲੱਗੇ ਹੋਏ ਸੀਗੇ, ਤੇ ਕਿੱਦਾਂ ਉਹਨਾਂ ਨੂੰ ਵੀ ਪ੍ਰਤਾੜਿਤ ਕੀਤਾ ਗਿਆ ਉਸ ਵਕਤ। ਤੇ ਕਈ ਜਿਹੜੇ ਆਪਦੇ ਬੰਦੇ ਵੀ ਵਾਲ ਦਾ ਕਤਲ ਕਰਵਾ ਕੇ, ਆਪਦੇ ਕੇਸਾਂ ਦਾ ਕਤਲ ਕਰਵਾ ਕੇ ਵੀ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਅਸੀਂ ਕਿਸੇ ਹੋਰ ਕਮਿਊਨਿਟੀ ਨਾਲ ਬਿਲੋਂਗ ਕਰਦੇ ਹਾਂ, ਤੇ ਉਹਨੂੰ ਸਿੱਖਾਂ ਨੂੰ ਬਚਾਉਣ ਵਿੱਚ ਲੱਗੇ ਹੋਏ ਸੀਗੇ। ਇੱਕ ਕੇਸ ਦਰਸ਼ਕੋ, ਇੱਕ ਨਵੀਂ ਚੀਜ਼ ਆਈ ਹੈ ਜਿਹੜੀ ਕਿ ਆਪਾਂ ਪੂਰੀ ਡੀਟੇਲ ਫੁਲਕਾ ਸਾਹਿਬ ਤੋਂ ਲਵਾਂਗੇ। ਮੈਨੂੰ ਟਿੱਪਣੀਆਂ ਆਉਣ ਲੱਗ ਗਈਆਂ ਕਿ ਦੱਸਦੇ ਕਿ ਆਪਾਂ ਕਿਉਂ ਗੱਲਾਂ ਕਰ ਰਹੇ ਇਹਨਾਂ ਨਾਲ, ਜਿਹੜੇ ਹੈ ਕਿ ਰੋਂਗਟੇ ਖੜੇ ਹੁੰਦੇ ਉਹਨਾਂ ਚੀਜ਼ਾਂ ਵੱਲ ਜੋ ਟਾਈਮ ਯਾਦ ਕਰਦੇ। ਦਰਸ਼ਕੋ, ਇਹ ਨਾ ਭੁਲਾਇਆ ਜਾਣ ਵਾਲਾ ਇੱਕ ਬ੍ਰਿਤਾਂਤ ਹੈ, ਔਰ ਮੈਂ ਅਰਦਾਸ ਕਰੂੰਗਾ
ਇਕੱਲੇ ਸਾਡੇ ਭਾਰਤ ਮਹਾਨ ਹੀ ਨਹੀਂ, ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਇਹ ਕਦੇ ਦੁਹਰਾ ਨਾ ਜਾਵੇ। ਦੁਖਾਂਤ ਕਿਸੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਦੇ ਪਿੰਡੇ ਉੱਤੇ ਹੰਢਾਉਣ ਦਾ ਮੌਕਾ ਦੁਬਾਰਾ ਨਾ ਮਿਲੇ। ਆਪਾਂ ਅਰਦਾਸ ਸਾਰੇ ਕਰਾਂਗੇ ਉਸ ਪਰਵਰਦਗਾਰ ਮੂਹਰੇ। ਇੱਕ ਕਲੋਨੀ ਦੇ ਵਿੱਚੋਂ ਇੱਕ ਪਾਰਕ ਦੇ ਵਿੱਚ ਬੰਦੇ ਸਾਰੇ ਮਾਰ ਕੇ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਇੱਕ ਪਾਰਕ ਦੇ ਵਿੱਚ ਇਕੱਠਾ ਕੀਤਾ ਗਿਆ। ਕਿੱਦਾਂ ਉਹ ਪਾਰਕ ਦੇ ਵਿੱਚੋਂ ਉਸ ਵਕਤ ਜਿਹੜੇ ਬੰਦੇ ਸੀਗੇ, ਜਿਹੜੇ ਸਭ ਕੁਝ ਕਰਵਾ ਰਹੇ ਸੀ, ਗੁੰਡਾ ਟਾਈਪ ਲੋਕ ਸੀਗੇ, ਕਿੱਦਾਂ ਉਹ ਚੁਣ ਕੇ ਕੁੜੀਆਂ ਲੈ ਜਾਂਦੇ ਸੀ ਤਾਂ ਪਾਗਲ ਕਰਕੇ ਉਹਨਾਂ ਨੂੰ ਛੱਡ ਜਾਂਦੇ ਸੀਗੇ। ਅਗੇਨ ਇੱਕ ਪਰਿਵਾਰ ਦੀ ਆਈ ਹੈ ਬੜੀ ਦੁਖਾਂਤ, ਬੜੀ ਦੁੱਖ ਦੇਣ ਵਾਲੀ ਇੱਕ ਸਟੋਰੀ ਮੋਰੇ ਆਈ ਹੋਈ ਹੈ ਕਿ ਉਸ ਪਰਿਵਾਰ ਦੀ ਬੱਚੀ ਦਾ ਵਿਆਹ ਰੱਖਿਆ ਹੋਇਆ ਸੀ 1 ਨਵੰਬਰ ਨੂੰ ਜਾਂ 2 ਨਵੰਬਰ ਨੂੰ, ਸਮਵਰ ਦੇਅਰ। ਉਸ ਪਰਿਵਾਰ ਦੇ ਕੁੜੀ ਦੇ ਡੈਡ, ਮਾਂ, ਆਪਣੇ ਤਾਇਆ, ਚਾਚਾ, ਮਾਮਾ ਸਭ 12 ਜਾਂ 13 ਬੰਦੇ ਉਸ ਪਰਿਵਾਰ ਦੇ ਮਾਰ ਦਿੱਤੇ ਗਏ। ਸੋ ਉਸ ਕੁੜੀ ਨੂੰ ਅਗਵਾ ਕਰ ਲਿਆ ਗਿਆ। ਦਰਸ਼ਕੋ, ਅਗਵਾ ਕਰਨ ਤੋਂ ਬਾਅਦ ਉਸ ਕੁੜੀ ਨੂੰ 3-4 ਦਿਨਾਂ ਤੋਂ ਬਾਅਦ ਜਦੋਂ ਮਿਲੀ ਤਾਂ ਉਹ ਅੱਧੀ ਪਾਗਲ ਜਾਂ ਆਲਮੋਸਟ 75% ਕੁੜੀ ਪਾਗਲ ਹੋਈ ਸੀਗੀ। ਤੁਸੀਂ ਸੋਚ ਸਕਦੇ ਹੋ ਕਿ ਇੱਕ ਆਜ਼ਾਦ ਦੇਸ਼ ਦੇ ਵਿੱਚ ਐਡਾ ਵੱਡਾ 3 ਦਿਨ ਕਤਲੇਆਮ ਚੱਲਦਾ ਗਿਆ ਹੋਵੇ ਤੇ ਕਿਸੇ ਨੇ ਹਾਂ ਦਾ ਨਾਰਾ ਨਾ ਮਾਰਿਆ ਹੋਵੇ। ਉਸ ਤੋਂ ਬਾਅਦ ਇਹ ਮੈਂ ਕਿਉਂ ਗੱਲਾਂ ਕਰ ਰਿਹਾ, ਕਿਉਂਕਿ ਹੁਣ ਨਵੇਂ ਡਿਵੈਲਪਮੈਂਟਸ ਆਏ। ਆਪਾਂ ਅੱਜ ਦੀਆਂ ਗੱਲਾਂ ਨੂੰ ਲੈ ਕੇ ਬਹਿ ਜਾਂਦੇ, ਇਹ ਜੇ ਆਪਾਂ ਗੱਲ ਨਾ ਕਰਾਂਗੇ ਤਾਂ ਇੱਦਾਂ ਦੀਆਂ ਚੀਜ਼ਾਂ ਸ਼ਾਇਦ ਦੁਨੀਆ ਦੇ ਕਿਸੇ ਕੋਨੇ 'ਚ ਕਿਸੇ ਜਿਹੜੀ ਹੈਗੀ ਆ ਘੱਟ ਗਿਣਤੀ ਦੇ ਸੰਪਰਦਾਇ ਨਾਲ, ਘੱਟ ਗਿਣਤੀ ਦੀ ਜਿਹੜੀ ਕਮਿਊਨਿਟੀ ਨਾਲ ਕਿਤੇ ਵੀ ਵਾਪਰ ਸਕਦਾ। ਆਪਾਂ ਨੂੰ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਹਾਂ, ਅਗੇਨ ਜੇ ਕਿਸੇ ਨੇ ਗਲਤ ਕੀਤਾ ਤਾਂ ਉਹਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ। ਕੋਈ ਕਿਸੇ ਨੂੰ ਹੱਕ ਨਹੀਂ ਕਿਸੇ ਦੀ ਜਾਨ ਲੈ ਲਵੇ। ਆਪਾਂ ਉਸ ਗੱਲ ਵੱਲ ਵੀ ਜ਼ਿਆਦਾ ਧਿਆਨ ਨਾ ਦਈਏ। ਆਪਾਂ ਨੈਗੇਟਿਵ ਕਿਰਦਾਰਾਂ ਦੀ ਗੱਲ ਕੀਤੀ, ਜਿੱਦਾਂ ਮੈਂ ਕਿਹਾ ਸੀ ਕਿ ਹਿੰਦੂ ਭਾਈਚਾਰੇ, ਹਿੰਦੂ ਕਮਿਊਨਿਟੀ ਵੱਲੋਂ ਵੀ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉੱਥੇ ਇੱਕ ਪੁਲਿਸ ਆਫਿਸਰ ਸੀ ਜੁਗਤੀ ਰਾਮ, ਜਿਹੜਾ ਕਿ ਉੱਥੇ ਹਰੇਕ ਸਿੱਖ ਨੂੰ ਜਾਂ ਜੇ ਕਹਿ ਲਓ ਹਰੇਕ ਘਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਗਿਆ। ਉਹ ਇੱਕ ਗਲੀ ਜਾਂ ਇੱਕ ਮੁਹੱਲੇ ਦੀਆਂ ਕੁੜੀਆਂ ਚੱਕ ਕੇ ਮਾਰ ਕੇ ਬੰਦਿਆਂ ਨੂੰ ਲੈ ਗਏ ਤੇ ਜਿਹਨੇ ਆਪਦੇ DCP ਮੋਰੇ ਕਿਹਾ ਕਿ ਮੈਨੂੰ ਇੱਕ ਜੀਪ ਦਿੱਤੀ ਜਾਵੇ ਤਾਂ ਕਿ ਮੈਨੂੰ ਪਤਾ ਲੱਗਿਆ ਉਹ ਕਿੱਥੇ ਲੈ ਕੇ ਗਏ, ਤਾਂ ਕਿ ਮੈਂ ਬੱਚੀਆਂ ਨੂੰ ਬਚਾ ਸਕਾਂ, ਉਹ ਲੇਡੀਜ਼ ਨੂੰ ਬਚਾ ਸਕਾਂ। ਉਸ ਵਕਤ ਉਹ ਕਾਫੀ ਜ਼ੱਦੋ ਜ਼ਹਿਦ ਕਰਕੇ ਜੋ ਜੀਪ ਲੈ ਕੇ ਗਿਆ ਤੇ ਉਹ ਬਚਾ ਕੇ ਵੀ ਲਿਆਇਆ ਕਿਸੇ ਤਰ੍ਹਾਂ ਕਿਸੇ ਹਾਲ ਦੇ ਵਿੱਚ। ਬਾਅਦ ਦੇ ਵਿੱਚ ਐਜ਼ ਅ ਵਾਰਡ ਉਸ ਬੰਦੇ ਨੂੰ ਸਸਪੈਂਡ ਕਰ ਦਿੱਤਾ ਗਿਆ। ਉਹ ਵੀ ਕੀ ਕਹਾਣੀ ਆ, ਉਹ ਵੀ ਆਪਾਂ ਮਾਣਯੋਗ ਫੂਲਕਾ ਸਾਹਿਬ ਕੋਲੋਂ ਹੋਣੀ ਥੋੜ੍ਹੀ ਚਰਚਾ ਸੁਣਾਂਗੇ ਕੀ ਬਰਤਾਂਤ ਕੀ ਹੈ। ਔਰ ਜਿਹੜੀ ਆ ਜੋਗੀ ਫਿਲਮ ਹੈ, ਇਹ ਤਰਲੋਕਪੁਰੀ ਦੇ ਉਸ ਏਰੀਏ 'ਚ ਦੇ ਉੱਤੇ ਜਿਹੜੀ ਬਰਤਾਂਤ ਸੀ, ਹੰਡੀ ਹੰਡਾਏ ਜਿਹੜੇ ਦੁੱਖ ਹੈ, ਉਹ ਐਗਜ਼ੈਕਟ ਤਾਂ ਨਹੀਂ ਮੈਂ ਕਹੂੰਗਾ ਪਰ ਕਾਫੀ ਕਲੋਜ਼ ਦਰਸਾਏ ਗਏ ਹੈ। ਔਰ ਇਹ ਵੀ ਨਵੀਂ ਮੂਵੀ ਆਈ ਹੈ, ਨਵੀਂ ਡਿਵੈਲਪਮੈਂਟਸ ਵੀ ਆਈ ਹੈ। ਆਪਾਂ ਸਾਰੀਆਂ ਗੱਲਾਂ 'ਤੇ ਝਾਤ ਜ਼ਰੂਰ ਮਾਰਾਂਗੇ। ਕਿਵੇਂ ਇੱਕ ਪੁਲਿਸ ਆਫਿਸਰ ਜਿਹੜਾ ਕਿ ਉਹਨੂੰ ਤਰੱਕੀਆਂ ਵੀ ਦਿੱਤੀਆਂ ਗਈਆਂ, ਜਿਹਨੇ ਕਿ ਚੁਣ ਕੇ ਸਰਦਾਰਾਂ ਨੂੰ ਕੱਲਿਆਂ ਕਰਕੇ ਕਿਹਾ ਕਿ ਹਾਂ ਮੈਂ ਕੋਸ਼ਿਸ਼ ਕਰ ਰਿਹਾ ਬਚਾਉਣ ਦੀ, ਲੇਕਿਨ ਉਹ ਕਰ ਕਤਲ ਰਿਹਾ ਸੀਗਾ। ਸਿਰਫ ਤੇ ਸਿਰਫ ਆਪਦੇ ਜਿਹੜੇ ਅਫਸਰਾਨ ਨੇ, ਸਭ ਤੋਂ ਸਭ ਜਿਹੜੇ ਆਪਦੇ ਉੱਪਰਲੇ ਬੰਦਿਆਂ ਨੂੰ ਖੁਸ਼ ਕਰਕੇ ਗਾਂ ਤਰੱਕੀਆਂ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਉਹਦੀ ਕੀ ਕਹਾਣੀ ਹੈ, ਉਹਦੀ ਵੀ ਇੱਕ ਕਹਾਣੀ ਹੁਣ ਨਵੀਂ ਡਿਵੈਲਪਮੈਂਟ ਸਾਹਮਣੇ ਆਈ ਹੈ, ਉਹ ਵੀ ਆਪਾਂ ਪੁੱਛਾਂਗੇ। ਦਰਸ਼ਕੋ, ਜਿੱਦਾਂ ਮੈਂ ਦੁਬਾਰਾ ਦੁਹਰਾਉਣ ਲੱਗਾ ਕਿ ਜੀ ਨਹੀਂ ਕਰਦਾ ਗੱਲਾਂ ਕਰਨ ਨੂੰ, ਪਰ ਜੇ ਆਪਾਂ ਚੀਜ਼ਾਂ ਭੁੱਲ ਗਏ ਤਾਂ ਆਉਣ ਵਾਲਾ ਵਕਤ ਆਪਣੇ ਬੱਚਿਆਂ ਨੂੰ ਸਾਵਧਾਨ ਕਰਨ ਵਿੱਚ ਆਪਣੇ ਕੋਈ ਯੋਗਦਾਨ ਨਹੀਂ ਹੋਊਗਾ। ਬਾਬਰੀ ਮਸਜਿਦ ਢਾਈ ਗਈ 1992 ਦੇ ਵਿੱਚ, ਦਸੰਬਰ ਦੇ ਵਿੱਚ। ਹਾਲਾਤ ਉਦੋਂ ਵੀ ਕਾਫੀ ਜਿਹੜੇ ਆ ਤਣਾਅਪੂਰਨ ਸੀਗੇ, ਲੇਕਿਨ ਇੱਦਾਂ ਦਾ ਵਰਤਾਂਤ ਕਿਤੇ ਨਹੀਂ ਵਾਪਰਿਆ ਕਿ ਕਿਸੇ ਘੱਟ ਗਿਣਤੀ ਕਮਿਊਨਿਟੀ ਨੂੰ ਘਰੋਂ ਕੱਢ ਕੇ ਮਾਰਿਆ ਗਿਆ ਹੋਵੇ। ਔਰ ਇਕੱਲੀ ਗੱਲ ਕਰੀਏ ਕਿ ਆਊਟ ਆਫ ਪੰਜਾਬ ਦੇ ਵਿੱਚ ਜੇ ਡੈਥਸ ਦੀ ਗੱਲ ਕਰੀਏ ਤਾਂ ਹਜ਼ਾਰਾਂ ਜਾਂਦੀ, ਸੈਂਕੜਿਆਂ 'ਚ ਨਹੀਂ। ਕਿੰਨੇ ਜੇ ਕਾਨਪੁਰ ਦੀ ਗੱਲ ਕਰੀਏ ਤਾਂ ਵੈਲ ਟੂ ਡੂ ਜਿਹੜੀ ਸਿੱਖ ਕਮਿਊਨਿਟੀ ਸੀ, ਜਿਹੜੀ ਫਾਈਨੈਂਸ਼ੀਅਲੀ ਵੈਲ ਸਾਊਂਡਡ ਸੀਗੀ, ਉਹਨਾਂ ਨੂੰ ਕਿੱਦਾਂ ਜ਼ੀਰੋ ਕੀਤਾ ਗਿਆ, ਉਹਨਾਂ ਦੇ ਸ਼ੋਰੂਮ, ਉਹਨਾਂ ਦੀਆਂ ਦੁਕਾਨਾਂ ਕਿੱਦਾਂ ਲੁੱਟੀਆਂ ਗਈਆਂ। ਇਹ ਸਾਰੀਆਂ ਚੀਜ਼ਾਂ ਝਾਤ ਪਾਉਣ ਨੂੰ, ਕਿਉਂਕਿ ਨਵੀਆਂ ਚੀਜ਼ਾਂ ਹੁਣ ਡਿਵੈਲਪਮੈਂਟ ਸਾਹਮਣੇ ਆਈ ਹੈ। ਨਿਆਂ ਪ੍ਰਣਾਲੀ ਤੇ 37-38 ਵਰੇ ਅਸੀਂ ਦੇਖਦੇ ਹਾਂ ਕਿੱਦਾਂ ਇਮਾਨਦਾਰ ਆਫਿਸਰ, ਇਮਾਨਦਾਰ ਜੱਜਸ, ਇਮਾਨਦਾਰ ਲਾਇਰਸ ਜਿਹੜੇ ਆ ਕੰਮ ਕਰਦੇ ਰਹੇ। ਕੁਛ ਲੋਕਾਂ ਨੂੰ ਸਜ਼ਾਵਾਂ ਵੀ ਮਿਲੀਆਂ। ਫਿਰ ਅਗੇਨ ਇਹਨਾਂ ਸਾਰੀਆਂ ਝਾਤਵਾਂ ਨੂੰ ਆਪਣਾ ਸੀਨੀਅਰ ਐਡਵੋਕੇਟ HS ਫੂਲਕਾ ਬ੍ਰੇਕ ਤੋਂ ਬਾਅਦ ਜੁੜਨਗੇ। ਇੱਦਾਂ ਹੀ ਤੁਸੀਂ ਬਣੇ ਰਹੋ, ਬੜਾ ਇੰਟਰਸਟਿੰਗ ਪ੍ਰੋਗਰਾਮ ਹੋਣ ਵਾਲਾ, ਬਣੇ ਰਹੋ ਐਸੇ ਜਸ ਪੰਜਾਬੀ ਦੇ ਮੰਚ ਤੇ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਬ੍ਰੇਕ ਤੋਂ ਬਾਅਦ ਐਜ਼ ਆਈ ਪ੍ਰੋਮਿਸ ਕਿ ਆਪਾਂ ਜਿਹੜੀਆਂ ਨਵੀਂ ਡਿਵੈਲਪਮੈਂਟ 1984 ਦੇ ਕੇਸਾਂ ਨੂੰ ਲੈ ਕੇ ਜਿਹੜੀ ਮੈਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਕਿਵੇਂ ਇੱਕ ਜੱਜ ਆਪਦੀ ਜਿਹੜੀ ਹੈ ਉਹ ਆਪਦੀ ਇੱਕ ਸਟੇਟਮੈਂਟ ਪਾਸ ਕਰਦਾ ਕਿ ਨੇਸ਼ਨ ਇਜ਼ ਸਟਿਲ ਬਲੀਡਿੰਗ। ਉੱਥੇ ਇੱਕ ਜੱਜ ਦੀ ਜਿਹੜੀ ਹੈ ਨੈਗੇਟਿਵ ਅਪਰੋਚ ਵੀ ਸਾਹਮਣੇ ਆਈ ਹੈ। ਹੋਰ ਕਈ ਗੱਲਾਂ ਨੇ, ਜਿੱਦਾਂ ਮੈਂ ਗੱਲ ਕਿਹਾ ਕਿ ਸੱਜਣ ਕੁਮਾਰ ਦੇ ਖਿਲਾਫ ਇੱਕ ਕੇਸ ਹੋਰ ਖੁੱਲ੍ਹਣ ਵਾਲਾ ਜਾਂ ਉਹਦੀ ਸੁਣਵਾਈ ਹੋਣ ਵਾਲੀ ਉਹਦੇ ਸਾਥੀ ਬਰਮਾਨੰਦ ਦੇ ਉੱਤੇ, ਤੇ ਹੋਰ ਵੀ ਕਈ ਗੱਲਾਂ ਜਿਹੜੀਆਂ ਹੈਗੀਆਂ ਆ। ਮੈਂ ਤੁਹਾਨੂੰ ਕਿਹਾ ਸੀ ਕਿ ਫੁਲਕਾ ਸਾਹਿਬ ਸਾਡੇ ਨਾਲ ਜੁੜਨ ਵਾਲੇ ਨੇ, ਜਿੱਦਾਂ ਤੁਹਾਡੀਆਂ ਟਿੱਪਣੀਆਂ ਆਈਆਂ ਸੀ। ਐਜ਼ ਆਈ ਪ੍ਰੋਮਿਸ ਫੁਲਕਾ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਜਸ ਪੰਜਾਬੀ ਤੇ। ਮੇਰੇ ਵੱਲੋਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਜੀ ਸਤਿ ਸ੍ਰੀ ਅਕਾਲ, ਨਮਸਕਾਰ। ਸਤਿ ਸ਼੍ਰੀ ਅਕਾਲ, ਨਮਸਕਾਰ ਜੀ। ਫੁਲਕਾ ਸਾਹਿਬ, ਦਰਸ਼ਕ ਜਾਣਨਾ ਚਾਹੁੰਦੇ ਖਾਸ ਕਰਕੇ ਜਦੋਂ ਦਾ ਸੋਸ਼ਲ ਮੀਡੀਆ 'ਤੇ ਗੱਲ ਆਈ ਹੈ ਕਿ ਕੁਝ ਨਵੀਂ ਡਿਵੈਲਪਮੈਂਟਸ ਆਈ ਹੈ, ਲੋਕਾਂ ਦੀ ਟਿੱਪਣੀ ਆਈ ਕਿ 37-38 ਸਾਲ ਹੋ ਗਏ, ਆਪਾਂ ਗੱਲਾਂ ਛੇੜਦੇ ਹਾਂ ਤਾਂ ਰੌਂਗਟੇ ਖੜੇ ਹੁੰਦੇ ਆ, ਜੀ ਨਹੀਂ ਕਰਦਾ ਗੱਲਾਂ ਕਰਨ ਨੂੰ, ਪਰ ਭੁਲਾਇਆ ਵੀ ਨਹੀਂ ਜਾ ਸਕਦਾ। ਅਗੇਨ ਫੁਲਕਾ ਸਾਹਿਬ, ਪਹਿਲਾਂ ਤਾਂ ਇਹ ਦੱਸੋ ਕਿ ਲੇਟੈਸਟ ਡਿਵੈਲਪਮੈਂਟ ਕੀ ਹੈ, ਤੁਸੀਂ ਆਪ ਦੱਸੋ ਸਾਰੇ ਦਰਸ਼ਕਾਂ ਨੂੰ। ਲੇਟੈਸਟ ਡਿਵੈਲਪਮੈਂਟ, ਪਹਿਲੀ ਗੱਲ ਤਾਂ ਜੋ ਐਮਪੀ ਸੱਜਣ ਕੁਮਾਰ ਜੀ, ਉਹ ਜੇਲ੍ਹ ਵਿੱਚ ਆ, ਉਮਰ ਕੈਦ ਦੀ ਸਜ਼ਾ ਭੁਗਤ ਰਿਹਾ, ਤਕਰੀਬਨ 4 ਸਾਲ ਉਹਨੂੰ ਜੇਲ੍ਹ ਵਿੱਚ ਹੋਣ ਵਾਲੇ ਆ ਜੀ। ਇੱਕ ਐਮਐਲਏ ਮਹਿੰਦਰ ਯਾਦਵ, ਉਸਨੂੰ ਵੀ ਉਮਰ ਕੈਦ ਦੀ ਸਜ਼ਾ ਹੋਈ ਸੀ ਤੇ ਜੇਲ੍ਹ ਦੇ ਵਿੱਚ ਹੀ ਉਹਨੂੰ 3 ਸਾਲ ਤੋਂ ਬਾਅਦ 3 ਸਾਲ ਰਿਹਾ ਜੇਲ੍ਹ, ਤੇ ਜੇਲ੍ਹ ਦੇ ਵਿੱਚ ਹੀ ਉਹਦੀ ਡੈਥ ਹੋ ਗਈ। ਤੇ ਹੁਣ ਜਿਹੜਾ ਇੱਕ ਕਾਉਂਸਲਰ ਆ ਬਲਵੰਤ ਖੋਖਰ, ਹਾਂਜੀ, ਉਹਨੂੰ ਵੀ ਉਮਰ ਕੈਦ ਦੀ ਸਜ਼ਾ, ਤੇ ਉਹਨੂੰ ਹੁਣ ਮੇਰਾ ਖਿਆਲ ਹੈ ਤਕਰੀਬਨ 8 ਸਾਲ ਉਹਨੂੰ 8 ਸਾਲ ਉਹਨੂੰ ਜੇਲ੍ਹ ਵਿੱਚ ਹੋ ਗਿਆ ਉਸਨੂੰ। ਤੇ ਇਹ ਉਹਦਾ ਨਾਲ ਹੋਰ ਵੀ ਨੇ ਜਿਹੜੇ ਮੁਲਜ਼ਮ, ਉਹ ਵੀ ਨੇ, ਪਰ ਇਹ ਮੇਨ ਬੰਦੇ ਤੁਹਾਨੂੰ ਦੱਸ ਰਿਹਾ। ਇੱਕ ਬੰਦੇ ਨੂੰ ਫਾਂਸੀ ਦੀ ਸਜ਼ਾ, ਉਹ ਵੀ ਜੇਲ੍ਹ 'ਚ ਆ। ਉਹ ਹੁਣ ਇਹ ਮਤਲਬ ਕਿ ਇਹ ਹੈ ਪੋਜੀਸ਼ਨ, ਜਿਹੜੇ ਇਹਨਾਂ ਦੇ ਨਾਲ ਹੋਰ ਵੀ ਕਈ ਮੁਲਜ਼ਮ ਨੇ ਬਾਕੀ, ਇਹ ਪੋਜੀਸ਼ਨ ਹੈ ਇਹਨਾਂ ਮੇਨ VIPs ਦੀ। ਜਦੋਂ ਗੱਲ ਜਿਹੜਾ ਆਪਾਂ ਜਦੋਂ ਕਹਿੰਦੇ ਆ ਕਿ ਜੀ 37-38 ਸਾਲ ਤੋਂ ਗੱਲਾਂ ਹੀ ਹੋ ਰਹੀਆਂ, ਦੇਖੋ ਇਹ ਜਦੋਂ ਇਹ ਸੱਜਣ ਕੁਮਾਰ ਤੇ ਇਹ ਲੋਕ ਨੂੰ ਜੇਲ੍ਹ ਨਹੀਂ ਸੀ ਹੋਈ, ਉਦੋਂ ਤਾਂ ਆਪਾਂ ਇਹ ਗੱਲ ਕਹਿ ਸਕਦੇ ਸੀ, ਪਰ ਹੁਣ 37-38 ਸਾਲ ਦੀ ਜੋ ਪਰਸੂਏਸ਼ਨ ਦਾ ਰਿਜ਼ਲਟ ਹੈ, ਉਹ ਪਿੱਛੇ ਲੱਗਣ ਦਾ ਨਤੀਜਾ ਹੈ ਕਿ ਅੱਜ ਕਮ ਸੇ ਕਮ, ਠੀਕ ਆ, ਸਾਰੇ ਤਾਂ ਨਹੀਂ, ਸਾਰੇ ਤਾਂ ਬਹੁਤ ਜ਼ਿਆਦਾ ਲੋਕ ਇਨਵੋਲਵ ਸੀ, ਪਰ ਕੁਝ ਕੁ ਬੰਦੇ ਜਿਹੜੇ ਕਿ ਮਾਸਟਰਮਾਈਂਡ ਸੀ, ਉਹ ਤਾਂ ਜੇਲ੍ਹ ਬੈਠੇ ਨੇ। ਅੱਛਾ, ਇੱਕ ਹੋਰ ਜਿਹੜਾ ਇੱਕ ਬੁਚਰ ਆਫ ਤਰਲੋਕਪੁਰੀ, ਤੁਸੀਂ ਪਹਿਲਾਂ ਯਾਦ ਹੋਊਗਾ ਸਾਰਿਆਂ ਨੂੰ, ਨਹੀਂ ਤਾਂ ਇੰਟਰਨੈਟ ਦੇ ਉੱਤੇ ਲੱਭ ਲਿਓ, ਬੁਚਰ ਆਫ ਤਰਲੋਕਪੁਰੀ, ਕਿਸ਼ੋਰੀ ਲਾਲ। ਉਹ ਤਰਲੋਕਪੁਰੀ ਦੇ ਵਿੱਚ ਇੱਕ ਈਸਾਈ ਸੀ, ਤੇ ਉਹਨੇ ਜਿਹੜਾ ਬੱਕਰੇ ਕੱਟਣ ਵਾਲਾ ਛੁਰਾ ਲੈ ਕੇ ਨਾ, ਉਹਦੇ ਨਾਲ ਉਹਨੇ ਸਰਦਾਰਾਂ ਦੇ ਸਿਰ ਵੱਢੇ ਸੀ, ਕਿੰਨੇ ਪਤਾ ਨਹੀਂ ਕਿੰਨੇ ਕਿ ਉਹਨੇ ਮਾਰਤੇ ਸੀ। ਤੇ 1995 ਵਿੱਚ ਜਸਟਿਸ ਢੀਂਗਰਾ, ਸ਼ਿਵਨਾਰਾਇਣ ਢੀਂਗਰਾ ਨੇ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਬਾਅਦ ਦੇ ਵਿੱਚ ਉਹਦੀ ਫਾਂਸੀ ਦੀ ਸਜ਼ਾ ਤਾਂ ਲਾਈਫ ਇੰਪ੍ਰਿਜ਼ਨਮੈਂਟ ਦੇ ਵਿੱਚ ਕਨਵਰਟ ਹੋ ਗਈ, ਪਰ 1995 ਤੋਂ ਹੁਣ ਤੱਕ ਤਕਰੀਬਨ 27 ਸਾਲ ਹੋ ਗਏ ਉਹ ਜੇਲ੍ਹ ਆ। ਇਹ 2009-10 ਦੇ ਵਿੱਚ ਦੀ ਗੱਲ ਆ ਕਿ ਉਦੋਂ ਇੱਥੇ ਦਿੱਲੀ ਵਿੱਚ ਸ਼ੀਲਾ ਦੀਕਸ਼ਿਤ ਦੀ ਸਰਕਾਰ ਸੀ, ਉਦੋਂ ਉਹਦੀ ਰਮਿਸ਼ਨ ਇਹਨਾਂ ਨੇ ਅਲਾਉ ਕਰਤੀ ਸੀ ਕਿ ਇਹਦੀ ਬਾਕੀ ਸਜ਼ਾ ਜਿਹੜੀ ਉਹਨੂੰ ਮਾਫ ਕਰ ਦਿਓ ਤੇ ਇਹਨੂੰ ਛੱਡ ਦਿਓ। ਤੇ ਫਿਰ ਅਸੀਂ ਇਹਨੂੰ ਇਸ਼ੂ ਨੂੰ ਟੇਕ ਅਪ ਕੀਤਾ, ਜਦੋਂ ਕਾਫੀ ਇਹਨੂੰ ਹਾਈ ਲੈਵਲ ਤੇ ਲਿਆ, ਤੇ ਉਦੋਂ ਫਿਰ ਜੋ ਗਵਰਨਰ ਸੀ, ਲੈਫਟੀਨੈਂਟ ਗਵਰਨਰ ਦਿੱਲੀ ਦਾ, ਉਹਨੇ ਉਹ ਰਿਜੈਕਟ ਕਰਤਾ, ਤੇ ਉਹਨੂੰ ਕਿਹਾ ਨਹੀਂ, ਉਹ ਜੇਲ੍ਹ ਬੈਠਾ। ਤੇ ਇਹ ਪੋਜੀਸ਼ਨ ਤਾਂ ਹੈਗੀ ਆ ਇਹਨਾਂ ਦੀ। ਤੇ ਦੂਸਰੇ ਜਿਹੜੇ ਕੇਸਿਸ ਨੇ, ਅਜੇ ਵੀ ਕੇਸਿਸ ਚੱਲ ਰਹੇ ਆ। ਸੱਜਣ ਕੁਮਾਰ ਦੇ ਖਿਲਾਫ ਇੱਕ ਕੇਸ ਵਿੱਚ ਤਾਂ ਇਹਨੂੰ ਜਿਹੜੀ ਸਜ਼ਾ ਹੋਈ ਆ, ਉਹਦੀ ਅਪੀਲ ਸੁਪਰੀਮ ਕੋਰਟ ਪਈ ਆ, ਉਹ ਸੁਪਰੀਮ ਕੋਰਟ ਚੱਲ ਰਿਹਾ। ਇੱਕ ਕੇਸ ਦੇ ਵਿੱਚ ਸੱਜਣ ਕੁਮਾਰ ਨੂੰ ਪਹਿਲਾਂ ਬਰੀ ਕੀਤਾ ਸੀ, ਉਹ ਕੇਸ ਦੀ ਅਪੀਲ ਹਾਈ ਕੋਰਟ ਪਈ ਆ, ਉਹ ਹਾਈ ਕੋਰਟ ਪਿਆ। ਇੱਕ ਕੇਸ ਹੋਰ ਸੱਜਣ ਕੁਮਾਰ ਦੇ ਖਿਲਾਫ ਸੁਲਤਾਨਪੁਰੀ ਦਾ ਜਿਹੜਾ ਸ਼ੁਰੂ ਕੀਤਾ ਸੀ, ਉਹ ਕੇਸ ਦੇ ਵਿੱਚ ਗਵਾਹੀਆਂ ਪੂਰੀਆਂ ਹੋ ਗਈਆਂ, ਉਹ ਇਸ ਟਾਈਮ ਆਰਗੂਮੈਂਟਸ ਦੀ ਸਟੇਜ ਤੇ ਪਿਆ। ਇੱਕ ਕੇਸ ਹੋਰ ਜੋ ਸੁਭਾਸ਼ ਨਗਰ ਦਾ, ਸੁਭਾਸ਼ ਮਾਰਗ ਦਾ, ਮੰਗੋਲਪੁਰੀ ਏਰੀਆ ਦਾ, ਉਹ ਸੱਜਣ ਕੁਮਾਰ ਦੇ ਖਿਲਾਫ ਉਹਦੇ 'ਚ ਇਸ ਟਾਈਮ ਗਵਾਹੀਆਂ ਚੱਲ ਰਹੀਆਂ, ਤੇ ਇੱਕ ਹੋਰ ਕੇਸ ਉਹਦੇ ਗਵਾਹੀਆਂ ਚੱਲ ਰਹੀਆਂ।
ਜੀ ਬਲਕਿ ਇਸ ਟਾਈਮ 3 ਕੇਸ ਸੱਜਣ ਕੁਮਾਰ ਦੇ ਖਿਲਾਫ ਟ੍ਰਾਇਲ ਕੋਰਟ ਦੇ ਵਿੱਚ ਚੱਲ ਰਹੇ ਆ। ਇੱਕ ਹਾਈ ਕੋਰਟ ਦੇ ਵਿੱਚ ਚੱਲ ਰਿਹਾ, ਇੱਕ ਸੁਪਰੀਮ ਕੋਰਟ ਦੇ ਵਿੱਚ। ਫੁਲਕਾ ਸਾਹਿਬ, ਇੱਕ ਸ਼ਖਸ ਦਾ ਨਾਮ ਹੋਰ ਆ ਰਿਹਾ ਨਿਊ, ਤੁਸੀਂ ਦੱਸੋ ਕਿ ਨਿਊ ਡਿਵੈਲਪਮੈਂਟ ਹੈ ਜਾਂ ਪੁਰਾਣਾ ਬਰਮਾਨੰਦ ਗੁਪਤਾ? ਇਹ ਕੌਣ ਸੀ? ਇਹਦਾ ਨਾਮ ਕਿੱਥੋਂ ਆਇਆ? ਕੀ ਹਿਸਾਬ ਕਿਤਾਬ ਇਹਦਾ? ਇਹ ਤਾਂ ਬੜਾ ਪੁਰਾਣਾ, ਅੱਛਾ ਜੀ, ਸ਼ੁਰੂ ਤੋਂ ਇਹਦਾ ਨਾਮ ਆ ਰਿਹਾ। ਇਹਦਾ ਨਾਮ ਤਾਂ ਮਤਲਬ ਕਿ ਕੋਈ ਨਵਾਂ ਨਾਮ ਨਹੀਂ ਆਇਆ। ਇਹਦਾ 1900 ਜਦੋਂ ਮਿਸ਼ਰਾ ਕਮਿਸ਼ਨ ਤੋਂ ਇਹਦਾ ਨਾਮ 1985 ਦੇ ਵਿੱਚ ਬੜਾ ਉੱਭਰ ਕੇ ਆਇਆ। ਇਹਨੇ ਬੜੇ ਲੋਕਾਂ ਨੂੰ ਮਾਰਿਆ। ਮਿਸ਼ਰਾ ਕਮਿਸ਼ਨ ਦੇ ਵਿੱਚ ਹੀ ਇੱਕ ਐਫੀਡੇਵਿਟ, ਮਿਸ਼ਰਾ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਵੀ ਐਫੀਡੇਵਿਟ ਦਾ ਜ਼ਿਕਰ ਕੀਤਾ ਕਿ ਬ੍ਰਹਮਨੰਦ ਗੁਪਤਾ ਤੇ ਇਹਦੇ ਜਿਹੜੇ ਸਾਥੀ ਸੀ, ਸੱਜਣ ਕੁਮਾਰ ਵੀ ਇਹਦੇ ਨਾਲ ਹੀ ਸੀ, ਇਹਨਾਂ ਦੇ ਨਾਲ ਸੀ। ਸੱਜਣ ਕੁਮਾਰ ਨੇ ਆ ਕੇ ਉੱਥੇ ਮੀਟਿੰਗ ਕਰਕੇ ਇਹਨਾਂ ਨੂੰ ਆਰਡਰ ਦਿੱਤੇ ਤੇ ਪਰ ਐਗਜ਼ੀਕਿਊਟ ਕਰਨ ਵਾਲਾ ਇਹ ਸੀ। ਇਹਦਾ ਤੇਲ ਦਾ ਡਿਪੂ ਸੀ, ਇਹਦੇ ਕੋਲੇ ਸਾਰੀਆਂ ਲਿਸਟਾਂ ਸਾਰੀਆਂ ਸਰਦਾਰਾਂ ਦੇ ਘਰਾਂ ਦੀਆਂ ਸੀਗੀਆਂ। ਤੇ ਇੱਕ ਲੜਕੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਨਸੀਡੈਂਟ, ਇੱਕ ਲੜਕੀ ਦਾ ਵਿਆਹ ਸੀ ਤੇ ਉੱਥੇ 1 ਨਵੰਬਰ ਨੂੰ ਵਿਆਹ ਸੀ, ਸਾਰੇ ਰਿਸ਼ਤੇਦਾਰ ਇਕੱਠੇ ਸੀ। 1 ਨਵੰਬਰ ਨੂੰ ਸਵੇਰੇ ਇਹਨਾਂ ਨੇ ਉਹਦੇ ਘਰੇ ਹਮਲਾ ਕੀਤਾ। ਉਹਦਾ ਪਿਓ, ਭਰਾ, ਚਾਚਾ, ਤਾਇਆ, ਮਾਮਾ, ਫੁੱਫੜ, ਨਾਨਾ, ਦਾਦਾ, 9 ਜੀ ਕਰਦੇ ਉਹਦੇ ਮਾਰੇ ਤੇ ਉਹ ਕੁੜੀ ਨੂੰ ਚੁੱਕ ਕੇ ਲੈ ਤੇ ਉਹ ਕੁੜੀ ਨੂੰ ਬਾਅਦ 3 ਦਿਨ ਬਾਅਦ ਉਹ ਵਾਪਸ ਆਈ ਤੇ ਅੱਧੀ ਪਾਗਲ ਸੀ। ਇਹ ਮਿਸ਼ਰਾ ਕਮਿਸ਼ਨ ਦੀ ਰਿਪੋਰਟ ਵਿੱਚ ਇਸ ਦਾ ਜ਼ਿਕਰ ਆ, ਇਸ ਇਨਸੀਡੈਂਟ। ਉਸ ਤੋਂ ਮਗਰੋਂ ਜੋ ਬ੍ਰਹਮਨੰਦ ਗੁਪਤਾ ਦੇ ਖਿਲਾਫ ਕੇਸ ਦਰਜ ਹੋ ਕੇ ਸ਼ੁਰੂ ਹੋਇਆ ਤੇ ਇਹ ਉਦੋਂ 1987 ਦੀ ਗੱਲ ਆ। 1987 ਵਿੱਚ ਇਹਨੇ ਹਾਈ ਕੋਰਟ ਆ ਗਿਆ। ਹਾਈ ਕੋਰਟ ਤੋਂ ਆ ਕੇ ਸਟੇ ਲੈ ਲਈ। ਸੱਜਣ ਕੁਮਾਰ ਵੀ ਉਸ ਕੇਸ ਦੇ ਵਿੱਚ ਨਾਲ ਮੁਲਜ਼ਮ ਸੀਗਾ ਤੇ ਉਹ ਕੇਸ ਵੀ ਅਸੀਂ ਲੜਦੇ ਰਹੇ ਫਿਰ। ਪਰ ਉਹ ਕੇਸ ਦੇ ਵਿੱਚ ਫਿਰ ਉਹ ਕੇਸ ਤੋਂ ਮਗਰੋਂ ਫਿਰ ਉਸ ਤੋਂ ਬਾਅਦ ਹੋਰ ਕੇਸ ਸ਼ੁਰੂ ਹੋਇਆ। ਉਹ ਵੀ ਕੇਸ ਫਿਰ ਬਾਅਦ ਚ ਸਟਾਰਟ ਹੋਇਆ ਤੇ ਬਲਕਿ ਇਹਦਾ ਤਾਂ ਲਗਾਤਾਰ ਉਦੋਂ ਤੋਂ ਚੱਲਦਾ ਆ ਰਿਹਾ। ਜੀ 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 ਜੀ, ਹਾਂਜੀ। ਫੁਲਕਾ ਸਾਹਿਬ, ਕੁਇਕ ਮੈਨੂੰ ਦੱਸੋ ਕਿ ਇੱਕ ਬੰਦੇ ਦਾ ਨਾਮ ਉਹੀ ਸੋਸ਼ਲ ਮੀਡੀਆ 'ਚ ਲੋਕਾਂ ਦੀਆਂ ਫਿਰ ਸ਼ੁਰੂ ਹੋ ਜਾਂਦੀਆਂ ਕਿ ਪੁਲਿਸ ਆਫੀਸਰ, ਆਪਾਂ ਇਹ ਨੈਗੇਟਿਵ ਬੰਦੇ ਗਏ ਕਿ ਪੋਜ਼ਿਟਿਵ ਕਿਰਦਾਰ ਵੀ ਆਏ, ਜਿਹੜਾ ਆਪਾਂ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ। ਸ਼ੂਰਵੀਰ ਤਿਆਗੀ ਪੁਲਿਸ ਆਫੀਸਰ, ਇਹਦਾ ਪੂਰੀ ਡਿਟੇਲ ਦੱਸੋ ਵੀ ਜੀ। ਸ਼ੂਰਵੀਰ ਸਿੰਘ ਤਿਆਗੀ ਇਹ ਕਲਿਆਣਪੁਰੀ ਥਾਣੇ ਦਾ SHO ਸੀ ਜੀ। ਕਲਿਆਣਪੁਰੀ ਥਾਣੇ ਦੇ ਵਿੱਚ ਤਰਲੋਕਪੁਰੀ ਏਰੀਆ ਵੀ ਆਉਂਦਾ। 400 ਸਿੱਖ ਤਰਲੋਕਪੁਰੀ ਏਰੀਆ ਚ ਮਾਰੇ ਤੇ 200 ਸਿੱਖ ਕਲਿਆਣਪੁਰੀ ਦੇ ਵਿੱਚ ਮਾਰੇ, ਕਲਿਆਣਪੁਰੀ ਏਰੀਆ ਦੇ ਵਿੱਚ। ਹੁਣ ਇਹ ਤਰਲੋਕਪੁਰੀ ਦੀ ਜਿਹੜੀ ਕਹਾਣੀ ਆ ਕਿ ਤਰਲੋਕਪੁਰੀ ਜਦੋਂ ਸਵੇਰੇ ਹਮਲਾ ਹੋਇਆ ਤੇ ਉੱਥੇ 30 ਤੇ 32 ਬਲਾਕ ਦੇ ਵਿੱਚ ਸਿੱਖ ਰਹਿੰਦੇ ਸੀ। ਇਹ ਲੁਬਾਨੇ ਸਿੱਖ ਸੀ ਜਿਹੜੇ ਕਿ ਰਾਜਸਥਾਨ ਤੋਂ ਆਏ ਸੀ ਤੇ ਪੰਜਾਬੀ ਵੀ ਨਹੀਂ ਸੀ ਬੋਲਦੇ। ਪੰਜਾਬ ਨਾਲ ਇਹਦਾ ਕੋਈ ਬਹੁਤਾ ਲੰਬਾ ਚੌੜਾ ਲਿੰਕ ਵੀ ਨਹੀਂ ਸੀ। ਤਾਂ ਇਹ ਸਾਰੇ ਹੀ ਕਾਂਗਰਸ ਦੇ ਸਪੋਰਟਰ ਸੀ। ਇਹ ਉਹ ਐਕਚੁਅਲ ਭਗਤ ਮੰਤਰੀ ਸੀ। ਉਹਦੇ ਤਾਂ ਮਤਲਬ ਕਿ ਸਮਝੋ ਇੰਦਰਾ ਗਾਂਧੀ ਦੇ ਭਗਤ ਹੀ ਸੀਗੇ। ਲਗਭਗ ਹਰ ਇੱਕ ਦੇ ਘਰੇ ਇੰਦਰਾ ਗਾਂਧੀ ਦੀਆਂ ਫੋਟੋਆਂ ਲੱਗੀਆਂ ਸੀ। ਉਹਨਾਂ ਨੇ ਜਿਹੜਾ ਕਾਂਗਰਸ ਦਾ ਉੱਥੋਂ ਦਾ ਮੇਨ ਲੀਡਰ ਸੀ, ਬਲਾਕ ਪ੍ਰਧਾਨ ਰਾਮਪਾਲ ਸਰੋਜ, ਉਸੇ ਦੀ ਡਿਊਟੀ ਲਗਾਈ ਹੋਈ ਸੀ। ਉਹ ਰਾਮਪਾਲ ਸਰੋਜ ਨੇ ਹੀ ਆ ਕੇ ਸਾਰਾ ਕਤਲੇਆਮ ਕਰਾਇਆ ਤੇ ਉੱਥੇ ਇਹਨਾਂ ਨੇ 1 ਤਰੀਕ ਨੂੰ ਜਦੋਂ ਸਵੇਰੇ ਇਹਨਾਂ ਨੇ ਮੌਬ ਨੇ ਇਕੱਠੇ ਹੋ ਕੇ ਹਮਲਾ ਕਰਨ ਲੱਗੇ ਤਾਂ ਉੱਥੇ ਗੁਰਦੁਆਰਾ ਸੀ। ਇਹ ਸਿੱਖ ਗੁਰਦੁਆਰੇ ਤੇ ਇਕੱਠੇ ਹੋ ਗਏ ਤੇ 100 ਸਿੱਖ ਸੀਗਾ ਜਿਨ੍ਹਾਂ ਨੇ ਕਿਰਪਾਨਾਂ ਕੱਢ ਕੇ ਖੜੇ ਹੋ। ਮੌਬ ਦਾ ਕੋਈ ਬੰਦਾ ਨੇੜੇ ਨਹੀਂ ਆਇਆ। ਉਹ ਡਰਦੇ ਦੂਰ ਰਹੇ। ਉਦੋਂ ਬਾਅਦ ਦੁਪਹਿਰ ਤੱਕ ਉੱਥੇ ਪੁਲਿਸ ਪਹੁੰਚੀ। ਇਹ ਸੁਖਬੀਰ ਸਿੰਘ ਤਿਆਗੀ SHO ਪਹੁੰਚਿਆ। ਉਸਨੇ ਆ ਕੇ ਉਹਨਾਂ ਨੂੰ ਮੌਬ ਨੂੰ ਕਿਹਾ ਤੁਸੀਂ ਥੋੜੇ ਪਿੱਛੇ ਹੋ ਜਾਓ। ਉਹਨਾਂ ਥੋੜਾ ਪਿੱਛੇ ਕਰਤਾ। ਸਿੱਖਾਂ ਨੂੰ ਕਹਿੰਦੇ ਘਰਾਂ ਜਾਓ। ਸਿੱਖਾਂ ਨੇ ਕਿਹਾ ਕਿ ਇਹ ਅਸੀਂ ਘਰਾਂ ਨਹੀਂ ਜਾਣਾ। ਇਹਨੇ ਆਪਣੀਆਂ ਬੰਦੂਕਾਂ ਪੁਲਿਸ ਨੂੰ ਕਿਹਾ ਕਿ ਬੰਦੂਕਾਂ ਤਾਣ ਲਓ, ਗੋਲੀ ਚਲਾ ਦਿਓ ਜੇ ਘਰਾਂ 'ਚ ਨਹੀਂ ਜਾਂਦੇ। ਇਹਨੇ ਕਿਹਾ ਕਿ ਇੱਥੇ ਮੌਜੂਦ ਹਾਂ, ਤੁਹਾਨੂੰ ਅਸੀਂ ਬਚਾਵਾਂਗੇ, ਤੁਸੀਂ ਆਪਣੇ ਘਰਾਂ ਚਲੇ ਜਾਓ। ਉਹਨਾਂ ਨੂੰ ਉੱਥੋਂ ਗੁਰਦੁਆਰੇ 'ਚੋਂ ਡਿਸਪਰਸ ਕਰਕੇ ਉਹਨਾਂ ਦੀਆਂ ਕਿਰਪਾਨਾਂ ਫੜ ਕੇ ਉਹਨਾਂ ਨੂੰ ਘਰੋਂ ਘਰੀ ਭੇਜ ਕੇ ਉਧਰੋਂ ਮੌਬ ਨੂੰ ਇਸ਼ਾਰਾ ਕਰਤਾ। ਕੱਲੇ ਸਿੱਖ ਨੂੰ ਘਰਾਂ 'ਚ ਬੈਠੇ ਮੌਬ ਨੇ ਆ ਕੇ ਫੜ ਕੇ ਉਹਨਾਂ ਨੇ ਮਾਰਿਆ। 400 ਸਿੱਖਾਂ ਨੂੰ ਉੱਥੇ ਉਹਨਾਂ ਨੇ ਮਾਰਿਆ। ਜੇਕਰ ਇਹ ਪੁਲਿਸ ਆ ਕੇ ਇਹ ਕੰਮ ਨਾ ਕਰਦੀ ਤਾਂ ਪਹਿਲੀ ਗੱਲ ਤਾਂ ਮੌਬ ਉਹ 400 ਦੀ ਜਗ੍ਹਾ ਉੱਥੇ 4 ਵੀ ਨਹੀਂ ਸੀ ਮਰ। ਤੇ ਮੌਬ ਚੋਂ ਦੇਖਦੇ ਕਿਹੜਾ ਆਉਂਦਾ ਫਿਰ ਅੱਗੇ ਜਦੋਂ ਕਿਰਪਾਨਾਂ ਚੱਲਦੀਆਂ ਇਹਨਾਂ ਦੀਆਂ।
ਇਹ ਤਾਂ ਧੋਖੇ ਨਾਲ ਮਾਰਿਆ, ਧੋਖੇ ਨਾਲ। ਅੱਛਾ, ਇੱਕ ਸੂਰਤ ਤਿਆਗੀ ਦਾ ਇਹ ਕੰਮ। ਦੂਜਾ ਕਲਿਆਣਪੁਰੀ ਦਾ ਜਿਹੜਾ ਇਲਾਕਾ ਸੀ, ਕਲਿਆਣਪੁਰੀ ਦੇ ਇਲਾਕੇ ਦੇ ਵਿੱਚ ਰਹਿੰਦੇ ਸੀ ਸਿਕਲੀਗਰ ਸਿੱਖ। ਜੀ ਜੀ ਜੀ, ਮੈਂ ਉੱਥੇ ਫੁਲਕਾ ਸਾਹਿਬ ਆਪਾਂ ਨੂੰ ਰੁਕਣਾ ਪੈ ਰਿਹਾ ਕੁਇਕ ਬ੍ਰੇਕ ਲਈ। ਉੱਤੇ ਹੋਣੇ ਆਪਾਂ ਦਰਸ਼ਕੋ ਸਾਡੇ ਨਾਲ ਬਣੇ ਨੇ ਬਹੁਤ ਹੀ ਮਾਣਮੱਦੀ ਸ਼ਖਸੀਅਤ ਸੀਨੀਅਰ ਐਡਵੋਕੇਟ ਐਚ.ਐਸ. ਫੂਲਕਾ, ਬਹੁਤ ਵਧੀਆ ਜਿਹੜੀ ਨਵੀਂ ਡਿਵੈਲਪਮੈਂਟ 84 ਤੇ ਦੀ ਗੱਲ ਕਰ ਰਹੇ ਹਾਂ। ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ। ਦੇ ਬਣੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਮੈਂ ਤੁਹਾਡਾ ਗੁਰਲਾਲ ਆਪਣਾ ਜੁੜੇ ਹੋਏ ਨੇ ਸੀਨੀਅਰ ਐਡਵੋਕੇਟ ਐਚ.ਐਸ. ਫੂਲਕਾ। ਫੂਲਕਾ ਸਾਹਿਬ ਸਵਾਗਤ ਆਫਟਰ ਬ੍ਰੇਕ। ਤੁਸੀਂ ਮੈਨੂੰ ਉਹ ਗੱਲ ਫਿਨਿਸ਼ ਕਰੋ ਜਿਹੜੀ ਸਿਕਲੀਗਰ ਸਿੱਖਾਂ ਵਾਲੀ ਤੁਸੀਂ ਕਰ ਰਹੇ ਸੀ, ਉਸ ਤੋਂ ਬਾਅਦ ਆਪਾਂ ਅਗਲੇ ਕੁਐਸਚਨ ਨਾਲ ਵਧਦੇ ਹਾਂ। ਮੈਂ ਸਿਕਲੀਗਰ ਸਿੱਖਾਂ ਤੋਂ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਉਹ ਬ੍ਰਹਮਨੰਦ ਗੁਪਤਾ ਦੇ ਕੇਸ ਦੀ ਕੰਪਲੀਟ ਸਟੋਰੀ ਸੁਣਾ ਦਿਆਂ ਜੀ। ਬ੍ਰਹਮਨੰਦ ਗੁਪਤਾ ਦੇ ਖਿਲਾਫ ਇੱਕ ਜੈਨ ਬੈਨਰਜੀ ਕਮੇਟੀ ਹੋਈ ਸੀ 1987 ਵਿੱਚ। ਜੈਨ ਬੈਨਰਜੀ ਕਮੇਟੀ ਨੇ ਰეკਮੈਂਡ ਕੀਤਾ ਬ੍ਰਹਮਨੰਦ ਗੁਪਤਾ ਤੇ ਨਾਲ ਸੱਜਣ ਕੁਮਾਰ ਦੇ ਖਿਲਾਫ ਕਤਲ ਦਾ ਕੇਸ ਚਲਾਇਆ ਜਾਵੇ। ਤੇ ਉਹਨਾਂ ਨੇ ਜੋ ਰეკਮੈਂਡ ਕਰਤਾ ਕਤਲ ਦਾ ਕੇਸ ਚਲਾਇਆ ਜਾਵੇ ਤਾਂ ਬ੍ਰਹਮਨੰਦ ਗੁਪਤਾ ਹਾਈ ਕੋਰਟ 'ਚ ਆਇਆ, ਕਿਉਂਕਿ ਵੈਸੇ ਤਾਂ ਇਹ ਸਾਰਿਆਂ ਨੂੰ ਬਚਾ ਰਹੇ ਸੀ। ਇਹ ਸਰਕਾਰ ਉਦੋਂ ਕਾਂਗਰਸ ਦੀ ਸਰਕਾਰ ਸਭ ਨੂੰ ਬਚਾ ਰਹੇ ਸੀ, ਪਰ ਸੱਜਣ ਕੁਮਾਰ ਦਾ ਨਾਮ ਆਉਣ ਕਰਕੇ ਤਾਂ ਕੇਸ ਦਾ ਲੈਵਲ ਬਹੁਤ ਉੱਚਾ ਹੋ ਗਿਆ। ਤੇ ਇਹਨਾਂ ਨੇ ਉਦੋਂ ਹਾਈ ਕੋਰਟ 'ਚੋਂ ਇਹਨਾਂ ਨੇ ਉਹਨਾਂ ਨੂੰ ਸਟੇ ਦਿੱਤੀ। ਤੇ ਜਿਹੜੇ ਜੱਜ ਨੇ ਹਾਈ ਕੋਰਟ 'ਚ ਸਟੇ ਦਿੱਤੀ, ਉਸ ਜੱਜ ਨੂੰ ਪ੍ਰਮੋਟ ਕਰਕੇ ਚੀਫ ਜਸਟਿਸ ਬਣਾ ਦਿੱਤਾ। ਚੀਫ ਜਸਟਿਸ ਬਣਾ ਕੇ ਉਹਨੂੰ ਹੈਦਰਾਬਾਦ ਦਰਸ਼ਕੋ ਲੱਗਦਾ ਸਾਡਾ ਜਿਹੜਾ ਰਾਬਤਾ ਫੂਲਕਾ ਸਾਹਿਬ ਨਾਲ ਕੱਟਿਆ ਗਿਆ। ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਵਾਪਸ। ਹਾਂਜੀ, ਹੁਣ ਆ ਗਿਆ ਜੀ। ਜੀ ਜੀ ਹਾਂਜੀ, ਸੌਰੀ। ਅੱਛਾ, ਜਦੋਂ ਇਹਨੂੰ ਉਸ ਜੱਜ ਨੂੰ ਜੋਗੇਸ਼ਵਰ ਦਿਆਲ ਸਿੰਘ ਦਾ ਨਾਮ, ਉਹਨਾਂ ਨੂੰ ਚੀਫ ਜਸਟਿਸ ਬਣਾ ਕੇ ਹੈਦਰਾਬਾਦ ਉੱਥੇ ਭੇਜਤਾ ਆਂਧਰਾ ਕੋਰਟ ਵਿੱਚ। ਉਸ ਤੋਂ ਬਾਅਦ ਇਹ ਕੇਸ ਲੱਗ ਗਿਆ ਜਸਟਿਸ ਐਸ.ਬੀ. ਬਾੜ ਦੇ। ਜੀ, ਜਸਟਿਸ ਬਾੜ ਦੇ ਪਹਿਲੇ ਦਿਨ ਹੀ, ਮੈਨੂੰ ਹੁਣ ਤੱਕ ਯਾਦ ਆ ਉਹ ਡੇਟ, ਇਹ 6 ਮਈ 1987 ਦੀ ਗੱਲ, 1988। ਪਹਿਲੇ ਦਿਨ ਹੀ ਉਹਨੇ ਸਰਕਾਰ ਨੂੰ ਕਿਹਾ ਕਿ ਆਹ ਐਫੀਡੇਵਿਟ ਆ, ਇਹ ਐਫੀਡੇਵਿਟ ਕਹਿ ਰਿਹਾ ਕਿ ਸੱਜਣ ਕੁਮਾਰ ਉੱਥੇ ਮੌਜੂਦ ਸੀ ਤੇ ਇਹਨਾਂ ਲੋਕਾਂ ਨੇ ਉਹਦੇ ਘਰ ਵੱਲ ਨੂੰ ਮਾਰਿਆ, ਤੇ ਤੁਸੀਂ ਅਜੇ ਤੱਕ ਇਸ ਰਜਿਸਟਰ ਕਿਉਂ ਨਹੀਂ ਕੀਤਾ? ਮੈਨੂੰ ਇਹ ਗੱਲ ਦਾ ਜਵਾਬ ਦਿਓ। ਸਿੱਧਾ ਹੀ ਉਹਨਾਂ ਨੇ ਕਿਹਾ ਜੀ ਕਮੇਟੀ ਨੇ ਰეკਮੈਂਡ ਕੀਤਾ, ਕਹਿੰਦਾ ਕਮੇਟੀ ਛੱਡ ਦਿਓ, ਭੁੱਲ ਜਾਓ ਕਮੇਟੀ। ਪਰ ਆਹ ਜਿਹੜਾ ਐਫੀਡੇਵਿਟ ਹੈ ਇਹ ਕਹਿ ਰਿਹਾ ਤੁਸੀਂ ਇਹ ਸੱਜਣ ਕੁਮਾਰ ਤੇ ਇਹਨਾਂ ਦੇ ਬ੍ਰਹਮਨੰਦ ਗੁਪਤਾ ਵਗੈਰਾ ਇਹਨਾਂ ਦੇ ਖਿਲਾਫ ਕੇਸ ਕਿਉਂ ਨਹੀਂ ਰਜਿਸਟਰ ਕੀਤਾ? ਉਹ ਸਰਕਾਰੀ ਵਕੀਲ ਨੇ ਕਿਹਾ ਜੀ ਮੈਨੂੰ ਥੋੜਾ ਜਿਹਾ ਟਾਈਮ ਦੇ ਦਿਓ, 2 ਹਫ਼ਤੇ ਦਾ, ਮੈਂ ਸਰਕਾਰ ਤੋਂ ਇੰਸਟਰਕਸ਼ਨ ਲੈ ਕੇ ਗੱਲ ਕਰਕੇ ਤੁਹਾਨੂੰ ਦੱਸਦਾ। ਜੇ ਅਸੀਂ ਉਹਨਾਂ ਨੇ ਕਿਹਾ ਤੂੰ ਮੈਨੂੰ ਦੱਸ ਕਿ ਤੁਸੀਂ ਕੇਸ ਰਜਿਸਟਰ ਕਰਨ ਨੂੰ ਤਿਆਰ ਹੋ ਕਿ ਮੈਂ ਆਰਡਰ ਕਰਾਂ? ਉਹਨੇ 2 ਹਫ਼ਤੇ ਦਾ ਟਾਈਮ ਲੈ ਕੇ 2 ਹਫ਼ਤੇ ਦਾ ਟਾਈਮ ਲੈ ਕੇ 20 ਮਈ ਨੂੰ ਇਹ ਕੇਸ ਅਰਜੈਂਟ ਹੋ ਗਿਆ। ਇਹਨਾਂ ਨੇ ਕੀ ਕੀਤਾ ਉਸ ਤੋਂ ਬਾਅਦ? ਹੁਣ ਉਸ ਜੱਜ ਨੂੰ, ਪਹਿਲਾਂ ਵੀ ਜੱਜਾਂ ਨੂੰ ਬਦਲਦੇ ਰਹੇ, ਇਸ ਤਰ੍ਹਾਂ ਕੋਈ ਵੀ ਜੱਜ ਫੇਵਰ ਕਰਦਾ ਸੀ ਉਹਨੂੰ ਬਦਲ ਦਿੰਦੇ ਸੀ। ਪਹਿਲਾਂ ਉਹ ਲੰਬੀ ਚੌੜੀ ਕਹਾਣੀ, ਉਹ ਤੁਹਾਨੂੰ ਦੱਸੂਗਾ ਫਿਰ ਕਿਵੇਂ ਬਦਲੇ। ਇਹਨਾਂ ਨੇ ਇਹ ਚੀਫ ਜਸਟਿਸ, ਉਦੋਂ ਐਕਟਿੰਗ ਚੀਫ ਜਸਟਿਸ ਸੀ ਜਸਟਿਸ ਐਸ.ਐਚ. ਚੱਢਾ। ਇਹ ਐਸ.ਐਚ. ਚੱਢਾ ਨੂੰ ਸਰਕਾਰ ਨੇ ਕਿਹਾ ਕਿ ਤੂੰ ਇਹ ਜੱਜ ਨੂੰ ਬਦਲ ਦੇ, ਇਹ ਦੂਜੇ ਜੱਜ ਅੱਗੇ ਲਗਾ ਦੇ। ਉਹ ਚੱਢਾ ਮੰਨਿਆ ਨਹੀਂ, ਉਹਨੇ ਕਿਹਾ ਮੈਂ ਨਹੀਂ ਇਹ ਕਰ ਸਕਦਾ। ਇਹਨਾਂ ਨੇ ਕੀਤਾ, ਨਵਾਂ ਚੀਫ ਜਸਟਿਸ ਦਿੱਲੀ ਹਾਈ ਕੋਰਟ ਦਾ ਲੈ ਗਿਆ। 19 ਮਈ ਨੂੰ ਉਹਦੇ ਆਰਡਰ ਇਸ਼ੂ ਕਰਤੇ ਸ਼ਾਮ ਨੂੰ, ਕਿਉਂਕਿ 20 ਨੂੰ ਕੇਸ ਲੱਗਿਆ ਸੀ ਜੀ। 20 ਮਈ ਨੂੰ ਉਹਨੇ ਚੀਫ ਜਸਟਿਸ ਨੇ ਓਥ ਲੈਣੀ ਸੀ, ਉਦੋਂ ਪਹਿਲਾਂ ਉਹਦਾ ਕੋਈ ਮਤਲਬ ਨਹੀਂ। 19 ਨੂੰ ਉਹ ਰਜਿਸਟਰਾਰ ਨੂੰ ਫੋਨ ਕਰਕੇ ਕਹਿ ਰਿਹਾ ਕਿ ਇਹ ਕੱਲ ਨੂੰ ਇਹ ਕੇਸ ਮੇਰੇ ਅੱਗੇ ਲਗਾ। ਬਲਕਿ ਤੁਸੀਂ ਦੇਖ ਲਓ ਕਿਸ ਲੈਵਲ ਤੱਕ ਇਹਨਾਂ ਨੇ ਇਹਨਾਂ ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਤੇ ਉਹੀਓ ਅਗਲੇ ਦਿਨ ਉਹ ਕੇਸ ਉਹ ਜਸਟਿਸ ਆਰ.ਐਨ. ਪਾਈਨ, ਅਗਲੇ ਦਿਨ ਉਹ ਕੇਸ ਜਸਟਿਸ ਆਰ.ਐਨ. ਪਾਈਨ ਦੇ ਲੱਗਿਆ ਔਰ ਸਟੇ ਕੰਟੀਨਿਊ ਕੀਤੀ, ਕੁਛ ਨਹੀਂ ਕੀਤਾ। ਉਦੋਂ ਮਗਰੋਂ ਕੀ ਹੋਇਆ ਕਿ ਇਹ ਨਵੀਂ ਕਮੇਟੀ ਆ ਗਈ ਜਦੋਂ ਵੀਪੀ ਸਿੰਘ ਦੀ ਸਰਕਾਰ ਸੀ ਜੀ। ਪੋਟੀ ਰੋਸ਼ਾ ਕਮੇਟੀ ਨੇ ਫਿਰ ਕਿਹਾ ਕਿ ਤੁਸੀਂ ਇਹ ਕੇਸ ਰਜਿਸਟਰ ਕਰੋ, ਤੇ ਵੀਪੀ ਸਿੰਘ ਸਰਕਾਰ ਨੇ ਕੇਸ ਸੀਬੀਆਈ ਨੂੰ ਦਿੱਤਾ। ਜਦੋਂ ਕਿ ਸੀਬੀਆਈ ਨੂੰ ਦਿੱਤਾ ਤੇ ਸੀਬੀਆਈ ਦੀ ਟੀਮ ਸੱਜਣ ਕੁਮਾਰ ਨੂੰ ਗ੍ਰਿਫਤਾਰ ਕਰਨੇ ਤੇ ਕਰੇ
ਜਦੋਂ ਇਹਦੇ ਘਰੇ ਪਹੁੰਚੀ ਸਵੇਰੇ ਸੀਬੀਆਈ ਦੀ ਟੀਮ ਸੱਜਣ ਕੁਮਾਰ ਨੂੰ ਗ੍ਰਿਫਤਾਰ ਕਰਨ, ਉੱਥੇ ਬਾਹਰ ਇੱਕ ਬਹੁਤ ਵੱਡਾ ਮੌਬ ਇਕੱਠਾ ਹੋ ਗਿਆ। ਦਿੱਲੀ ਪੁਲਿਸ ਵਾਲੇ ਵੀ ਸੱਜਣ ਕੁਮਾਰ ਦੀ ਫੇਵਰ 'ਚ, ਮਤਲਬ ਕਿ ਸੀਬੀਆਈ ਦੀ ਟੀਮ ਨੂੰ ਇਹਨਾਂ ਨੇ ਕੈਪਟਿਵ ਬਣਾ ਲਿਆ, ਹੋਸਟੇਜ ਬਣਾ ਲਿਆ ਸੀਬੀਆਈ ਦੀ ਟੀਮ ਨੂੰ। ਔਰ ਦਿੱਲੀ ਪੁਲਿਸ ਕੁਝ ਨਹੀਂ ਕਰ ਰਹੀ। ਉਹਨਾਂ ਨੇ ਕਿੰਨੇ ਹੀ ਮੈਸੇਜ ਭੇਜੇ ਕਿ ਦਿੱਲੀ ਪੁਲਿਸ ਨੂੰ ਕਿ ਤੁਸੀਂ ਆ ਕੇ ਮੌਬ ਨੂੰ ਕਰੋ, ਅਸੀਂ ਇਹਨੂੰ ਲੈ ਜਾਈਏ ਇੱਥੋਂ। ਪੁਲਿਸ ਨੇ ਕੋਈ ਮਦਦ ਨਹੀਂ ਕੀਤੀ। ਉਧਰੋਂ ਕੀ ਹੁੰਦਾ, 10 ਵਜੇ ਜਾ ਕੇ ਉਸੇ ਜਸਟਿਸ ਪਾਇਨ ਦੇ ਅੱਗੇ ਹਾਈ ਕੋਰਟ ਦੇ ਵਿੱਚ ਕੇਸ ਮੈਂਸ਼ਨ ਹੁੰਦਾ ਕਿ ਜੀ ਇਸ ਤਰ੍ਹਾਂ ਕਰਕੇ ਸੱਜਣ ਕੁਮਾਰ ਦੀ ਐਂਟੀਸਪੇਟਰੀ ਬੇਲ ਫਾਈਲ ਕਰ। ਇਹ ਜਿਹੜੀ ਐਂਟੀਸਪੇਟਰੀ ਬੇਲ ਹੁੰਦੀ ਹੈ ਗ੍ਰਿਫਤਾਰੀ ਤੋਂ ਪਹਿਲਾਂ ਹੁੰਦੀ ਹੈ। ਜਦੋਂ ਗ੍ਰਿਫਤਾਰੀ ਹੋ ਜਾਏ ਉਸ ਤੋਂ ਬਾਅਦ ਉਹਨੂੰ ਮੈਜਿਸਟਰੇਟ ਅੱਗੇ ਪੇਸ਼ ਕਰਨਾ ਹੁੰਦਾ ਤੇ ਉਹ ਰੈਗੂਲਰ ਬੇਲ ਹੀ ਹੋ ਸਕਦੀ ਆ, ਐਂਟੀਸਪੇਟਰੀ ਬੇਲ ਨਹੀਂ ਹੁੰਦੀ। 10 ਵਜੇ ਇਹਨਾਂ ਨੇ ਜਾ ਕੇ ਉੱਥੇ ਆਰਨ ਪੈਨ ਨੂੰ ਮੈਂਸ਼ਨ ਕੀਤਾ। ਆਰਨ ਪੈਨ ਨੇ ਇੱਕ ਜਸਟਿਸ MK ਚਾਵਲਾ ਦੇ ਕੋਰਟ ਵਿੱਚ ਉਹ ਕੇਸ ਨੂੰ ਮਾਰਕ ਕਰਤਾ। ਜਸਟਿਸ MK ਚਾਵਲਾ ਦੇ ਕੋਰਟ ਵਿੱਚ ਇਹਦੇ ਵਕੀਲ ਗਏ ਔਰ ਜਾ ਕੇ ਉਹਨੂੰ ਕਹਿੰਦੇ ਜੀ ਬੇਲ ਐਪਲੀਕੇਸ਼ਨ ਤਿਆਰ ਹੋ ਰਹੀ है, तैयार हो रही है, अभी आ रही है, मगर आप इसको बेल दे। बल्कि लुक एट दिस, पहली यारी मेरा ख्याल है दिल्ली हाई कोर्ट की हिस्ट्री च आया होया होना, एप्लीकेशन तैयार नहीं, फाइल नहीं, ते उन्हें इन्हों एंटीसिपेटरी बेल देती। एंटीसिपेटरी बेल देके रजिस्ट्रार ਨੂੰ ਹੁਕਮ ਦੇਤੇ ਕਿ ਤੂੰ ਫੋਨ ਕਰ ਸੱਜਣ ਕੁਮਾਰ ਦੇ ਘਰੇ ਸੀਬੀਆਈ ਦੀ ਟੀਮ ਨੂੰ ਔਰ ਉਹਨਾਂ ਨੂੰ ਕਹੇ ਇਹਨੂੰ ਬੇਲ ਤੇ ਛੱਡਤਾ, ਇਹਨੂੰ ਬੇਲ ਤੇ ਰਿਲੀਜ਼ ਕਰ ਦਿਓ। मतलब कि इत्थों तक इन्हों ने मैनिपुलेशन की, इत्थों तक मैनिपुलेशन। अच्छा उत्थे सीबीआई की टीम या जीपां नूं अग लाती, जीपां नूं अग लाती। मतलब कि हुण तुसीं इमेजिन कि सीबीआई नूं इस तरह होस्टेज बनाउणा और दिल्ली पुलिस पूरी इन्हां दी मदद कर रही सी, क्योंकि दिल्ली पुलिस नूं इह सी अज जे सज्जन कुमार फड़ेगा कल असीं सारे फड़े जावांगे, क्योंकि उही असीं दिल्ली पुलिस ने जिन्हां ने सिखां नूं पहलां मरवाया। मतलब कि इत्थों तक मैनिपुलेशनस होईयां इह वालियां। ਤੇ ਉਸ ਤੋਂ ਮਗਰੋਂ ਉਹ ਕੇਸ ਸੱਜਣ ਕੁਮਾਰ ਦੇ ਖਿਲਾਫ ਫਿਰ ਬਾਅਦ ਚ ਚੱਲਿਆ। ਬਾਅਦ ਚ ਚੱਲ ਕੇ ਉਹ ਹੀ ਸੱਚ ਕੇਸ ਆ ਜਿਸ ਸੱਜਣ ਕੁਮਾਰ ਬਰੀ ਹੋਇਆ ਤੇ ਉਹ ਪਿਆ ਹੁਣ ਇਸ ਟਾਈਮ ਅਪੀਲ ਵਿੱਚ ਹਾਈ ਕੋਰਟ ਪਿਆ। ਅੱਛਾ ਉਹਦੇ ਚ ਵੀ ਕੀ ਹੋਇਆ, ਉਹਦੇ ਚ ਫਿਰ ਉਹੀ ਕੰਮ ਜੋ ਪਹਿਲਾਂ ਹੁੰਦਾ। ਇਹ ਸਾਡੇ ਲੀਡਰਾਂ ਨੇ ਗਵਾਹਾਂ ਨੂੰ ਦੀ ਗਵਾਹੀ ਐਸੀ ਵੈਸੀ ਕਰਤੀ, ਕੁਛ ਗਵਾਹਾਂ ਨੂੰ ਮੁਕਰਾਤਾ, ਕੁਛ ਦੀ ਇਹ ਕਰਤੀ। ਇਹ ਸਾਡੇ ਲੀਡਰਾਂ ਨੇ ਇਹ ਬਲਕਿ ਲਗਾਤਾਰ ਕਈ ਵਾਰੀ ਮੈਂ ਕਹਿ ਚੁੱਕਿਆ ਵੀ ਇਹ ਜੋ ਕੁਛ ਹੁੰਦਾ। ਮੇਰਾ ਖਿਆਲ ਹੈ ਜੇ ਦਰਸ਼ਕਾਂ ਨੂੰ ਯਾਦ ਵੀ ਹੋਵੇ ਜਦੋਂ ਇਹ ਭਾਈ ਰਣਜੀਤ ਸਿੰਘ ਅਕਾਲ ਤਖਤ ਦੇ ਜਥੇਦਾਰ ਸੀ, ਉਹਨਾਂ ਨੇ ਉੱਥੋਂ ਦੇ ਅਕਾਲੀ ਲੀਡਰਾਂ ਨੂੰ ਬੁਲਾ ਕੇ ਤਨਖਾਹੀਆ ਵੀ ਡਿਕਲੇਅਰ ਕੀਤਾ ਸੀ ਇਸੇ ਕਰਕੇ ਕਿ ਗਵਾਹਾਂ ਨੂੰ ਮੁਕਰਾਇਆ ਸੀ। ਹਾਂ ਤੇ ਇਹ ਉਹ ਵੀ ਪੁਰਾਣੀ ਯਾਦ ਕਰ ਲਿਓ। ਅੱਛਾ ਇਹ ਸੀ ਕਿ ਇਹ ਬ੍ਰਹਮਨਾਥ ਗੁਪਤਾ ਦੇ ਕੇਸ ਦੀ ਕਹਾਣੀ। ਹੁਣ ਇਹ ਦੂਜਾ ਕੇਸ ਆ ਬ੍ਰਹਮਨਾਥ ਗੁਪਤਾ ਦੇ ਖਿਲਾਫ ਜਿਹੜਾ ਚੱਲ ਰਿਹਾ। ਇਹ ਸੱਜਣ ਕੁਮਾਰ ਤੇ ਬ੍ਰਹਮਨਾਥ ਗੁਪਤਾ ਦੇ ਖਿਲਾਫ ਇਹ ਨਾਨਾਵਤੀ ਕਮਿਸ਼ਨ ਤੋਂ ਬਾਅਦ ਅਸੀਂ ਰੀਓਪਨ ਕਰਾਇਆ। ਇਹ ਕੇਸ ਬੰਦ ਕਰ ਦਿੱਤਾ ਸੀ। ਨਾਨਾਵਤੀ ਕਮਿਸ਼ਨ ਤੋਂ ਬਾਅਦ ਇਹ ਕੇਸ ਰੀਓਪਨ ਹੋਇਆ ਤੇ ਉਦੋਂ ਬਾਅਦ ਇਹ ਕੇਸ ਚੱਲ ਰਿਹਾ ਜਿਹਦੇ ਚ ਇਸ ਟਾਈਮ ਗਵਾਹੀਆਂ ਪੂਰੀਆਂ ਹੋ ਗਈਆਂ, ਬੜੀਆਂ ਵਧੀਆ ਉੱਚ ਗਵਾਹੀਆਂ ਹੋਈਆਂ, ਬੜੇ ਅੱਛੇ ਉਹਨਾਂ ਨੇ ਠੋਕ ਕੇ ਸਾਰੇ ਉਸ ਵਿਕਟਿਮ ਨੇ ਬਿਆਨ ਦਿੱਤੇ ਆ ਤੇ ਹੁਣ ਉਹਦੇ ਚ ਆਰਗੂਮੈਂਟ ਕਰ ਹੁਣ ਤੁਸੀਂ ਆਪਾਂ ਕਰ ਰਹੇ ਸੀ ਸੂਰਬੀਰ ਸਿੰਘ ਤਿਆਗੀ ਦੀ ਗੱਲ। ਜੀ ਜੀ ਇੱਕ ਮੈਂ ਦਰਸ਼ਕਾਂ ਨੂੰ ਅਪੀਲ ਕਰਦਾ ਕਿ ਮੈਂ ਕਾਲ ਨਹੀਂ ਲੈ ਸਕਦਾ, ਬਹੁਤ ਵਧੀਆ ਡਿਸਕਸ਼ਨ ਤੁਸੀਂ ਸੁਣੋ। ਤੇ ਸਰ ਜਿਹੜੀ ਨਵੀਂ ਡਿਵੈਲਪਮੈਂਟ 'ਚ ਇੱਕ ਵਰਡ ਮਾਣਯੋਗ ਜੱਜ ਵੱਲੋਂ ਕੀਤੀ ਕਿ ਨੇਸ਼ਨ ਇਜ਼ ਸਟਿਲ ਬਲੀਡਿੰਗ, ਉਹਦੇ ਉੱਤੇ ਵੀ ਇਲੈਬੋਰੇਟ ਕਰਿਓ ਜੀ। ਅੱਛਾ ਹੁਣ ਉਹੀ ਬਦਲ ਕੇ ਚੀਫ ਜਸਟਿਸ, ਗੱਲ ਤਾਂ ਬੰਦੇ ਬਦਲਦੇ ਰਹਿੰਦੇ ਆ ਨਾ, ਜੱਜ ਬਦਲਦੇ ਰਹਿੰਦੇ ਜੀ ਜੀ, ਉਸੇ ਪੋਜੀਸ਼ਨ ਤੇ ਬੈਠਾ ਹੁਣ ਚੀਫ ਜਸਟਿਸ ਦਿੱਲੀ ਹਾਈ ਕੋਰਟ ਦਾ ਹੁਣ ਜੀ। ਮਤਲਬ ਕਿ ਜਦੋਂ ਉਹ ਗੱਲ ਮੈਂ ਤੁਹਾਨੂੰ ਦੱਸ ਰਿਹਾ 88 ਦੀ ਤੇ ਅੱਜ ਤੋਂ ਤੁਸੀਂ ਲਾ ਲਓ 34 ਸਾਲਾਂ ਬਾਅਦ ਉਸੇ ਪੋਜੀਸ਼ਨ ਤੇ ਬੈਠਾ ਹੈ ਚੀਫ ਜਸਟਿਸ ਕਹਿ ਰਿਹਾ ਨੇਸ਼ਨ ਇਜ਼ ਸਟਿਲ ਬਲੀਡਿੰਗ, ਵੀ ਕੈਨ ਨਾਟ ਫੋਰਗੇਟ ਇਟ। ਹਾਂ ਮਤਲਬ ਕਿ ਕੱਲੀ ਸਿੱਖ ਕੌਮ ਨਹੀਂ ਕਹਿ ਰਿਹਾ, ਉਹ ਸਾਰੀ ਨੇਸ਼ਨ ਕਹਿ ਰਿਹਾ। ਕਹਿੰਦਾ ਇੰਨੇ ਨਾਗਰਿਕਾਂ ਨੂੰ ਬੇਰਹਿਮੀ ਨਾਲ ਮਾਰਿਆ तो we nation is still bleeding, we cannot let the people go like this। क्योंकि वो बंदा कह रहा सी जी मेरी 79-80 साल की उम्र हो गई है, नाले इन्ना पुराना केस हो गया। उन्हें कहा चाहे 100 साल की उम्र हो जाए तेन छड़ नहीं सकते। मतलब कि उसे पोजीशन ते हुण तुसीं देखो परसुएशन का नतीजा जे असीं उदों भुल्ले हुंदे छड्डे हुंदे तां उत्थे कहानियां खत्म हो जाणियां सी। अज ये पोजीशन अज ये हालत इसे तरह करके सुप्रीम कोर्ट के चीफ जस्टिस ने, जो मैं
ਪੋਲਿਟਿਕਸ ਤੋਂ ਰਿਜ਼ਾਈਨ ਕਰਕੇ ਮੈਂ ਆਇਆ। ਇੱਕ ਉਸ ਤੋਂ ਬਾਅਦ ਦੀ ਗੱਲ ਆ, ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਨੇ ਉਹਨੇ ਓਪਨਲੀ ਕੋਰਟ ਦੇ ਵਿੱਚ ਕਿਹਾ, he said the community is still feeling hurt। ਮੈਂ ਤੁਹਾਨੂੰ ਇੱਕ ਦੱਸਾਂ, ਕਿਉਂਕਿ ਇਹ ਜਦੋਂ ਇਹ ਰਿਜ਼ਾਈਨ ਕਰਕੇ ਆਇਆ ਨਾ, ਪੋਲਿਟਿਕਸ ਛੱਡ ਕੇ ਆਇਆ, ਮੰਤਰੀ ਅਹੁਦਾ ਛੱਡ ਕੇ ਆਇਆ, ਇੱਥੋਂ ਨੈਸ਼ਨਲ ਨਿਊਜ਼ਪੇਪਰ ਨੇ ਸਾਰਿਆਂ ਨੇ ਫਰੰਟ ਪੇਜ ਤੇ ਕਵਰ ਕੀਤਾ। ਉਸ ਚੀਜ਼ ਦੇ ਨਾਲ ਇਹ ਜੱਜਾਂ ਤੇ ਬੜਾ ਅਸਰ ਹੋਇਆ, ਕਿਉਂਕਿ ਪਹਿਲਾਂ ਇਹ ਸੱਜਣ ਕੁਮਾਰ ਟਾਈਟਲ ਦੇ ਵਕੀਲ ਹਮੇਸ਼ਾ ਕੋਰਟ 'ਚ ਕਹਿੰਦੇ ਸੀ ਜੀ ਫੂਲ ਕਾ ਤਾਂ ਪੋਲਿਟਿਕਸ ਤੇ ਆਪਣੇ ਪੋਲੀਟੀਕਲ ਕੈਰੀਅਰ ਬਣਾਉਣਾ ਉਹਦੇ ਕਰਕੇ ਕਰ ਰਿਹਾ, ਤੇ ਜੱਜਾਂ ਨੂੰ ਵੀ ਹੁੰਦਾ ਸੀ ਥੋੜਾ। ਪਰ ਜਦੋਂ ਉਹਨਾਂ ਨੂੰ ਇਹ ਹੋਇਆ ਕਿ ਇਸ ਕੇਸ ਲੜਨ ਦੇ ਵਾਸਤੇ ਜੇਕਰ ਕੋਈ ਬੰਦਾ ਮੰਤਰੀ ਦਾ ਅਹੁਦਾ ਛੱਡ ਕੇ ਆ ਸਕਦਾ, ਤੇ ਇਹਦਾ ਮਤਲਬ ਅਜੇ ਇਹਨਾਂ ਦੇ ਦਿਲਾਂ ਨੂੰ ਲੱਗਿਆ। ਉਸਨੇ ਚੀਫ ਜਸਟਿਸ ਨੇ ਕੋਰਟ ਵਿੱਚ ਕਿਹਾ the community is still feeling hurt। ਉਹਨੇ ਨਵੀਂ SIT ਬਣਾਤੀ। ਇਹ ਕਹਿ ਰਹੇ ਸੀ ਉਦੋਂ, ਉਸ ਟਾਈਮ ਤੇ 34 ਸਾਲ ਹੋ ਗਏ ਸੀ, ਇਹ ਉਦੋਂ ਕਹਿ ਰਹੇ ਸੀ 33-34 ਸਾਲ ਹੋ ਗਏ ਜੀ, ਭੁੱਲ ਜਾਓ ਜੀ, ਹੁਣ ਕੀ ਕਰਨਾ। ਉਸਨੇ ਪਹਿਲਾਂ ਇੱਕ ਸੁਪਰੀਮ ਕੋਰਟ ਦੇ 2 ਰਿਟਾਇਰਡ ਜੱਜਾਂ ਦੀ ਕਮੇਟੀ ਬਣਾਈ। ਉਹਨਾਂ ਨੂੰ ਕਿਹਾ ਜਿਹੜਾ ਦੇਖੋ ਕਿ ਜਿਹੜੇ ਇਹਨਾਂ ਨੇ ਕੇਸ ਬੰਦ ਕੀਤੇ ਆ ਠੀਕ ਕੀਤੇ ਆ। ਉਹ ਕਮੇਟੀ ਨੇ ਕਿਹਾ ਕਿ ਬਿਲਕੁਲ ਗਲਤ ਕੇਸ ਬੰਦ ਕੀਤੇ। ਉਹਨੇ ਨਵੀਂ SIT ਬਣਾਤੀ 2018, ਤੇ ਉਹਦੇ ਨਾਲ ਬੜਾ ਮਾਹੌਲ ਬਦਲਿਆ, ਇੱਕਦਮ ਮਾਹੌਲ ਬਦਲ ਗਿਆ। ਜਿਹੜੀਆਂ ਪਹਿਲਾਂ ਕੋਰਟ ਦੇ ਵਿੱਚ ਸੋਚ ਰਹੇ ਸੀ 33-34 ਸਾਲ ਪੁਰਾਣਾ ਭੁੱਲ ਜਾਓ, ਉਹ ਸਾਰਾ ਮਾਹੌਲ, ਉਸੇ ਦਾ ਨਤੀਜਾ ਸੀ। ਉਸ ਤੋਂ ਬਾਅਦ ਇੱਕ ਬੰਦੇ ਨੂੰ ਫਾਂਸੀ ਸਜ਼ਾ ਹੋਈ, ਤੇ ਸੱਜਣ ਕੁਮਾਰ ਨੂੰ ਉਮਰ ਕੈਦ। ਪਾਣੀ ਲੈ ਲਓ, ਪਾਣੀ। ਤੇ ਇਸ ਤਰ੍ਹਾਂ, ਅੱਛਾ ਹੁਣ ਆਪਾਂ ਵਾਪਸ ਆ ਜੋ ਕਲਿਆਣਪੁਰੀ ਆ ਜੀ, ਸੂਰਬੀਰ ਤਿਆਗੀ। ਮਤਲਬ ਕਿ ਬਹੁਤ ਅਹਿਮ ਆ ਇਹ ਚੀਜ਼ ਜਿਹੜੀ, ਇਹ ਸੂਰਬੀਰ ਤਿਆਗੀ ਵਾਲੀ। ਵੈਸੇ ਤਾਂ ਬਾਕੀ ਸਭ ਹੀ SHO ਨੇ ਹੀ ਕੀਤਾ, ਪਰ ਇਹਦਾ ਖਾਸ ਕਰਕੇ ਇਹਦਾ ਰੋਲ ਬੜਾ ਜੋ ਹੈ ਉਹ ਕੰਡੈਮੇਬਲ ਆ, ਬਹੁਤ ਜ਼ਿਆਦਾ। ਕਲਿਆਣਪੁਰੀ ਇਲਾਕੇ ਸਿੱਖਲੀ ਘਰ ਸਿੱਖ ਰਹਿੰਦੇ ਸੀ। ਸਿੱਖਲੀ ਘਰ ਸਿੱਖ ਗੁਰੂ ਸਾਹਿਬ ਤੋਂ ਵੇਲੇ ਤੋਂ ਸਿੱਖ ਫੌਜਾਂ ਦੇ ਵਾਸਤੇ ਹਥਿਆਰ ਬਣਾ ਲਏ, ਤੇ ਉਹਨਾਂ ਦੇ ਵਿੱਚ ਇੱਕ ਟ੍ਰੈਡੀਸ਼ਨ ਆ ਕਿ ਆਪਣੇ ਘਰੇ ਹਥਿਆਰ ਰੱਖ। ਉਹਨਾਂ ਨੇ ਆਪਣੇ ਘਰੇ ਬੰਦੂਕਾਂ ਰੱਖੀਆਂ ਹੋਈਆਂ ਸੀ। 25 ਲਾਇਸੈਂਸ ਬੰਦੂਕਾਂ ਉੱਥੇ ਇਸ ਏਰੀਏ 'ਚ ਸੀਗੀਆਂ। 1 ਨਵੰਬਰ ਨੂੰ ਸਵੇਰੇ ਜਦੋਂ ਇਹ ਮਤਲਬ ਕਿ ਮੈਂ ਤੁਹਾਨੂੰ ਕੱਲ ਦੱਸਿਆ 31 ਅਕਤੂਬਰ ਨੂੰ ਕੁਛ ਨਹੀਂ ਹੋਇਆ, ਬਿਲਕੁਲ 31 ਅਕਤੂਬਰ ਰਾਤ ਨੂੰ ਇਹ ਸਾਰੀ ਪਲੈਨਿੰਗ ਬਣਾ ਕੇ 31 ਅਕਤੂਬਰ ਰਾਤ ਨੂੰ ਉੱਥੇ ਸਾਰਾ ਸਮਾਨ ਪਹੁੰਚਾਇਆ ਗਿਆ, ਤੇ ਉਹ 1 ਤਰੀਕ ਨੂੰ ਸਵੇਰੇ ਇਹ ਅਟੈਕ ਹੋਇਆ। ਜਿੰਨੇ ਵੀ ਹੋਇਆ 1 ਤਰੀਕ ਨੂੰ ਸਵੇਰੇ ਉਸ ਇਲਾਕੇ ਦਾ ਜਿਹੜਾ ਕਾਉਂਸਲਰ ਸੀ, ਕਾਂਗਰਸ ਦਾ ਕਾਉਂਸਲਰ ਅਸ਼ੋਕ, ਉਹ ਮੌਤ ਨੂੰ ਲੈ ਕੇ ਉਹਨੇ ਜਾ ਕੇ ਕਲਿਆਣਪੁਰੀ ਅਟੈਕ ਕੀਤਾ। ਇਹਨਾਂ ਨੇ ਜੋ ਅਟੈਕ ਕੀਤਾ, ਸਿੱਖਾਂ ਨੇ ਆਪਣੇ ਘਰਾਂ ਚੋਂ ਆਪਣੇ ਪਰਿਵਾਰ ਨੂੰ ਤੇ ਘਰਾਂ ਨੂੰ ਬਚਾਉਣ ਵਾਸਤੇ ਅੰਦਰੋਂ ਫਾਇਰਿੰਗ ਸ਼ੁਰੂ ਕਰਤੀ। ਜਦੋਂ ਫਾਇਰਿੰਗ ਸ਼ੁਰੂ ਕਰਤੀ ਤਾਂ ਮੌਕੇ 'ਚ ਇੱਕ ਬੰਦਾ ਮਰ ਗਿਆ। ਕਾਉਂਸਲਰ ਉਹ ਬੋਡੀ ਨੂੰ ਲੈ ਕੇ ਜਾ ਕੇ ਥਾਣੇ ਬੈਠ ਗਿਆ। ਉੱਥੇ DCP ਨੂੰ ਬੁਲਾਇਆ, ਜੋ SSP ਦੇ ਇਕੁਇਵਲੈਂਟ ਹੁੰਦਾ ਰਹੇ DCP ਦਾ, ਨਾਲ ACP ਨੂੰ ਬੁਲਾਇਆ, ਪੁਲਿਸ ਨੂੰ ਬੁਲਾ ਕੇ ਕਿਹਾ ਕਿ ਉਹਨਾਂ ਦੀਆਂ ਬੰਦੂਕਾਂ ਫੜ ਕੇ ਲਿਆਓ, ਨਾਲ ਉਹਨਾਂ ਨੂੰ ਗ੍ਰਿਫਤਾਰ ਕਰੋ। 2 ਟਰੱਕ ਭਰ ਕੇ ਪੁਲਿਸ ਗਈ। ਉਹ 25 ਬੰਦੇ, ਕਿਉਂਕਿ ਲਾਇਸੈਂਸ ਪਤਾ ਸੀ ਇਹਨਾਂ ਨੂੰ ਕਿਹਦੇ ਕੋਲ ਲਿਸਟ ਸੀ, ਉਹ 25 ਦੇ 25 ਉਹਨਾਂ ਦੀਆਂ ਸਿੱਖਾਂ ਦੀਆਂ ਬੰਦੂਕਾਂ ਵੀ ਜ਼ਬਤ ਕਰ ਲਈਆਂ, ਨਾਲੇ ਉਹਨਾਂ ਨੂੰ ਗ੍ਰਿਫਤਾਰ ਕਰ, ਉਹਨਾਂ ਨੂੰ ਅਰੈਸਟ ਕਰਕੇ ਆ ਕੇ ਉਹਨਾਂ ਨੂੰ ਹਵਾਲਾ 'ਚ ਪਾਤਾ। ਮਰਡਰ ਦਾ ਉਹਨਾਂ ਤੇ ਕੇਸ ਚਲਾਤਾ। ਕਈ ਮਹੀਨੇ ਉਹ ਉਦੋਂ ਬਾਅਦ ਜੇਲ੍ਹ 'ਚ ਰਹੇ। ਉਸ ਤੋਂ ਬਾਅਦ ਤੇ ਉਧਰੋਂ ਜਦੋਂ ਦੇਖੋ ਮੇਨ ਬੰਦੇ ਸੀ ਉਹ ਤਾਂ ਸਾਰੇ ਫੜ ਕੇ ਲੈ ਗਏ। ਉਸ ਤੋਂ ਬਾਅਦ ਉਹ ਡਾਕਟਰ ਅਸ਼ੋਕ ਫੇਰ ਮੌਤ ਨੂੰ ਲੈ ਕੇ ਚੜ੍ਹ ਗਿਆ ਉੱਥੇ, ਤੇ ਉੱਥੇ 200 ਸਿੱਖ ਇਹਨਾਂ ਨੇ ਉੱਥੇ ਮਾਰੇ। ਉਸ ਤੋਂ ਬਾਅਦ ਕੋਈ ਪੁਲਿਸ ਨਹੀਂ, ਕੋਈ SHO ਨਹੀਂ, ਕੋਈ ਨਹੀਂ ਨੇੜੇ ਉੱਥੇ ਲੱਗਿਆ, ਤੇ 200 ਸਿੱਖ ਇਹਨਾਂ ਨੇ ਉੱਥੇ ਮਾਰੇ ਆ। ਤੇ ਉੱਥੇ ਰਾਤ ਨੂੰ ਸਿੱਖਾਂ ਦੀਆਂ ਕੁੜੀਆਂ ਨੂੰ ਪਾਰਕ ਵਿੱਚ ਬਿਠਾ ਲਿਆ, ਤੇ ਇਹ ਟਾਰਚਾਂ ਲੈ ਕੇ, ਲਾਲਟਾਂ ਲੈ ਕੇ ਆਉਂਦੇ ਸੀ। ਜਿਹੜੀ ਕੁੜੀ ਚੰਗੀ ਲੱਗਦੀ ਸੀ ਉਹਨੂੰ ਚੁੱਕ ਕੇ ਲੈ। ਇਹ ਮੈਂ ਕੋਈ ਐਵੇਂ ਹਵਾ 'ਚ ਗੱਲਾਂ ਨਹੀਂ ਕਰ ਰਿਹਾ, ਮੈਂ ਇਹ ਆਫੀਸ਼ੀਅਲ ਰਿਕਾਰਡ ਤੋਂ ਗੱਲਾਂ ਕਰ ਰਿਹਾ, ਆਫੀਸ਼ੀਅਲ ਰਿਕਾਰਡ ਤੋਂ। ਇਹ ਸਾਰੇ ਐਫੀਡੇਵਿਟ ਅਸੀਂ ਕਮੇਟੀਆਂ ਦੇ ਅੱਗੇ ਫਾਈਲ ਕੀਤੇ ਆ। ਇਹ ਵਾਲੇ ਇਹ ਸਾਰੇ ਇਹ ਆਫੀਸ਼ੀਅਲ ਰਿਕਾਰਡ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਮੈਂਸ਼ਨ ਨੇ, ਇਹ ਜੋ ਇਹਨਾਂ ਨੇ ਇਹ ਕੀਤਾ। ਅੱਛਾ, ਸੂਰਬੀਰ ਤਿਆਗੀ ਦਾ ਰੋਲ ਬਲਕਿ ਇਹੀ ਜ਼ਿੰਮੇਵਾਰ ਸੀ ਜਿਹਨੇ ਕਰਾਇਆ। ਫਿਰ ਇਹ ਕੀ ਹੋਇਆ, ਜਦੋਂ ਮਿਸ਼ਰਾ ਕਮਿਸ਼ਨ ਅਪਾਇੰਟ ਹੋ ਗਿਆ ਮਈ 85
ਮਈ 85 ਤੇ ਉਦੋਂ ਇਹ 25 ਸਿੱਖ ਸੀ ਜਿਹੜੇ ਇਹ ਜ਼ਮਾਨਤ ਤੇ ਆ ਗਏ ਸੀ। ਇਹ ਜੁਲਾਈ 85 ਦੀ ਗੱਲ ਹੈ, ਜੁਲਾਈ ਤੇ ਅਗਸਤ ਦੋਨਾਂ ਮਹੀਨਿਆਂ ਚ ਇਹਨੇ ਸੂਰਬੀਰ ਤਿਆਗੀ ਨੇ ਉਹਨਾਂ ਨੂੰ ਬੁਲਾਇਆ ਔਰ ਸਿੱਖਾਂ ਨੂੰ, ਉਹ ਜਿਹੜੇ ਤੇ ਉਹਨਾਂ ਨੂੰ ਕਿਹਾ ਕਿ ਜੀ ਤੁਸੀਂ ਮੇਰੇ ਹੱਕ ਵਿੱਚ ਬਿਆਨ ਐਫੀਡੇਵਿਟ ਦੇ ਦਿਓ ਤੇ ਮੈਂ ਤੁਹਾਡੇ ਕੇਸ ਖਤਮ ਕਰਾ ਦੂੰ। ਉਹ ਮੇਰੇ ਕੋਲੇ ਆ ਗਏ, ਕਹਿੰਦੇ ਸਾਨੂੰ ਇਹ ਗੱਲ ਕਹਿ ਰਿਹਾ। ਮੈਂ ਕਿਹਾ ਤੁਸੀਂ ਮੇਰੀ ਉਹਨਾਂ ਮੀਟਿੰਗ ਕਰਵਾਓ। ਮੈਂ ਕਿਹਾ ਮੇਰਾ ਨਾਮ ਪੂਰਾ ਨਾ ਦੱਸਿਓ, ਹਰਵਿੰਦਰ ਸਿੰਘ ਕਹਿ ਦਿਓ, ਫੂਲਕਾ ਨਾ ਦੱਸਿਓ। ਕਲਿਆਣਪੁਰੀ ਥਾਣੇ ਦੇ ਵਿੱਚ ਮੇਰੀ ਮੀਟਿੰਗ ਹੋਈ। ਮੈਂ ਆਪਣੇ ਨਾਲ ਇੱਕ ਰਿਕਾਰਡਿੰਗ ਲੈ ਕੇ ਗਿਆ। ਉਹਨਾਂ ਦਿਨਾਂ 'ਚ ਕੈਮਰੇ ਤਾਂ ਨਹੀਂ ਸੀ ਹੁੰਦੇ, ਰਿਕਾਰਡਿੰਗ ਜਿਹੜੀ ਵੌਇਸ ਰਿਕਾਰਡਿੰਗ ਇੱਥੇ ਮੇਰੇ ਪੈਨ ਲੱਗਿਆ ਵਾ ਸੀ ਜੇਬ ਤੇ, ਉਹਦੇ 'ਚ ਵੌਇਸ ਰਿਕਾਰਡਰ ਹੁੰਦਾ ਸੀ ਤੇ ਉਹ ਮੈਂ ਲੈ ਕੇ ਗਿਆ ਥਾਣੇ 'ਚ ਗਿਆ। ਮਤਲਬ ਕਿ ਮੇਰੀ ਟੀਮ ਦੇ ਸਾਰੇ ਬੰਦੇ ਕਹਿੰਦੇ ਵੀ ਜੇ ਇਹਨਾਂ ਨੇ ਤੁਹਾਨੂੰ ਪਛਾਣ ਲਿਆ ਤੇ ਇਹਨਾਂ ਨੇ ਇੱਥੋਂ ਆਉਣ ਨਹੀਂ ਦੇਣਾ ਤੇ ਜਿਉਂਦਾ ਨਿਕਲ ਨਹੀਂ ਦੇਣਾ ਇਹਨਾਂ ਨੇ। ਉੱਥੇ ਥਾਣੇ ਦੇ ਬਾਹਰ ਸਾਡੇ 2 ਵਕੀਲ ਥਾਣੇ ਦੇ ਬਾਹਰ ਖੜੇ ਸੀ। 1 ਘੰਟੇ ਦਾ ਟਾਈਮ ਸੀ ਕਿ ਜੇ ਮੈਂ 1 ਘੰਟੇ 'ਚ ਬਾਹਰ ਨਾ ਆਇਆ ਤਾਂ ਜੋ ਸਾਡੇ ਸੀਨੀਅਰਸ ਨੇ ਉਹਨਾਂ ਨੂੰ ਇਨਫੋਰਮ ਕਰ ਦਿਓ ਤੇ ਐਕਸ਼ਨ ਲੈ ਲਿਓ। ਇਹਦਾ ਮਤਲਬ ਉਹਨਾਂ ਨੇ ਚੁੱਕ ਲਿਆ। ਅੱਛਾ, ਤੇ ਉੱਥੇ ਮਤਲਬ ਕਿ ਉੱਥੇ ਕਾਫੀ ਕੁਛ ਇਸ ਦੇ ਨਾਲ ਜਦੋਂ ਗੱਲ ਹੋਈ ਸਾਨੂੰ ਕਾਫੀ ਇਨਫੋਰਮੇਸ਼ਨ ਮਿਲੀ, ਇੰਪੋਰਟੈਂਟ ਇਨਫੋਰਮੇਸ਼ਨ ਉੱਥੋਂ ਮਿਲੀ ਜਿਹੜੀ ਕਿ ਅਸੀਂ ਬਾਅਦ ਦੇ ਵਿੱਚ ਯੂਜ਼ ਕੀਤੀ। ਮਗਰੋਂ ਕੀ ਹੋਇਆ, ਇਹਨਾਂ ਨੇ ਦਿੱਲੀ ਪੁਲਿਸ ਨੇ ਮੈਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਝੂਠੇ ਬਿਆਨ ਲੋਕਾਂ ਤੋਂ ਦਵਾ ਰਿਹਾ ਤੇ ਮੈਂ ਸੂਰਬੀਰ ਤਿਆਗੀ ਨੂੰ ਇਹ ਕਹਿ ਰਿਹਾ ਕਿ ਤੂੰ ਇਹਦੇ ਜੋ ਲੀਡਰ ਹੈ ਚਕਲ ਭਗਤ ਤੇ ਇਹਨਾਂ ਦੇ ਸ਼ੌਕ ਦੇ ਖਿਲਾਫ ਬਿਆਨ ਦੇ। ਉਹਨਾਂ ਨੇ ਉਹ ਕੇਸ ਮਿਲ ਕੇ ਮੈਨੂੰ ਕਿਉਂਕਿ ਅੱਜ ਕੱਲ੍ਹ ਉਹ ਟੀਸਟਾ ਸੀਤਲਵਾੜ ਤੁਸੀਂ ਦੇਖਿਆ ਹੀ ਹੈ ਨਾ, ਉਹਨੂੰ ਉਹ ਗੁਜਰਾਤ ਕੇ ਜੋ ਝੂਠੇ ਬਿਆਨ ਦਵਾਇਆ ਜੀ ਉਹ ਵੀ ਕੁਛ ਇਹਨਾਂ ਨੇ 1985 ਮੇਰੇ ਨਾਲ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਉਦੋਂ ਜਿਹੜਾ ਉਹ ਪੈਨ ਦੇ ਵਿੱਚ ਰਿਕਾਰਡਿੰਗ ਸੀ ਉਹ ਮੇਰੇ ਕੰਮ ਆਈ। ਮੈਂ ਉਦੋਂ ਰਿਕਾਰਡਿੰਗ ਸੁਣ ਮਿਸ਼ਰਾ ਕਮਿਸ਼ਨ ਉਦੋਂ ਚੱਲ ਰਿਹਾ ਸੀ। ਮਿਸ਼ਰਾ ਕਮਿਸ਼ਨ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਸੀ, ਬਾਅਦ ਚੋਂ ਚੀਫ ਜਸਟਿਸ ਬਣੇ। ਮੈਂ ਜਾ ਕੇ ਉਹ ਰਿਕਾਰਡਿੰਗ ਮਿਸ਼ਰਾ ਨੂੰ ਦੇਖੀ, ਜਸਟਿਸ ਮਿਸ਼ਰਾ ਨੂੰ। ਮੈਂ ਕਿਹਾ ਆਹ ਦੇਖ ਲਓ, ਮੈਂ ਕਿਹਾ ਜਿਹੜੇ ਐਲੀਗੇਸ਼ਨ ਲੱਗ ਰਹੇ ਆ, ਤੇ ਤਾਂ ਕਰਕੇ ਉਹ ਉੱਥੇ ਠੱਪ ਹੋਇਆ, ਬਚ ਗਿਆ। ਅੱਛਾ, ਇਹ ਫੂਲਕਾ ਸਾਹਿਬ ਉਸ ਤੋਂ ਨੈਕਸਟ ਜਿਹੜੀ ਸਟੋਰੀ ਹੈ, ਜਿੱਦਾਂ 26 ਅਰੈਸਟ ਪਏ ਸਾਰੇ ਸਿੱਖ ਸੀ, ਤੇ ਫਿਰ ਆਪਾਂ ਪੋਜ਼ਿਟਿਵ ਨੋਟ ਤੇ ਵੀ ਜਿਹੜਾ ਪੁਲਿਸ ਅਫਸਰ ਜੁਗਤੀ ਰਾਮ ਉਹਦੀ ਵੀ ਗੱਲ ਕਰਨੀ ਹੈ, ਪਰ ਲਾਸਟ ਕੁਇਕ ਬ੍ਰੇਕ ਲਈ ਆਪਾਂ ਰੁਕਣਾ ਪੈ ਰਿਹਾ। ਦਰਸ਼ਕੋ, ਸਾਡੇ ਬਣੇ ਹੋਏ ਨੇ ਮਾਣਯੋਗ HS ਫੂਲਕਾ ਸੀਨੀਅਰ ਐਡਵੋਕੇਟ, ਜਿਹੜੀਆਂ ਨਵੀਂ ਡਿਵੈਲਪਮੈਂਟਸ 84 ਦੇ ਕੇਸਾਂ 'ਚ ਆਈਆਂ ਉਹਨਾਂ ਦੇ ਉੱਤੇ ਬੜੇ ਵਿਸਤਾਰ ਨਾਲ ਗੱਲ ਕਰ ਰਹੇ। ਐਜ਼ ਜਿੱਦਾਂ ਤੁਸੀਂ ਫਰਮਾਇਸ਼ ਕੀਤੀ ਸੀ, ਰੁਕਣਾ ਪੈ ਰਿਹਾ ਲਾਸਟ ਬ੍ਰੇਕ ਲਈ। ਇੱਦਾਂ ਬਣੇ ਰਹੋ ਜਸ ਪੰਜਾਬੀ ਚੈਨਲ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫਿਰ ਪ੍ਰੋਗਰਾਮ ਓਪਨ ਪਲੇਟਫਾਰਮ। ਮੈਂ ਤੁਹਾਡਾ ਗੁਰਲਾਲ ਹਾਜ਼ਰ। ਬਣੇ ਹੋਏ ਨੇ HS ਫੂਲਕਾ ਸਾਹਿਬ ਸੀਨੀਅਰ ਐਡਵੋਕੇਟ। ਫੂਲਕਾ ਸਾਹਿਬ, ਆਪਣੇ ਕੋਲ ਟੋਟਲ ਹੈਗੇ 6-7 ਮਿੰਟ। 6 ਮਿੰਟਾਂ 'ਚ ਤੁਸੀਂ ਕਨਕਲੂਡ ਕਰਿਓ ਜਿਹੜੀ ਗੱਲ ਕਹਿ ਰਹੇ ਸੀ। ਉਸ ਤੋਂ ਬਾਅਦ ਜਿਹੜੇ ਉਹ ਅਰੈਸਟ 26 ਬੰਦਿਆਂ ਦੀ ਪਈ ਉਹ ਸਾਰੇ ਸਿੱਖ ਸੀ, ਉਹ ਕੀ ਤੇ ਅਖੀਰ ਦੇ ਵਿੱਚ ਇਨਸਾਨੀਅਤ ਮਰਦੀ ਨਹੀਂ, ਜਿੱਦਾਂ ਮਾਨਯੋਗ ਜੱਜ ਨੇ ਕਿਹਾ ਕਿ ਨੇਸ਼ਨ ਇਜ਼ ਸਟਿਲ ਬਲੀਡਿੰਗ। ਉੱਦਾਂ ਹੀ ਇੱਕ ਪੁਲਿਸ ਆਫਿਸਰ ਉਸ ਟਾਈਮ 'ਤੇ ਸੀਗਾ ਜੁਗਤੀ ਰਾਮ, ਮੇਰੇ ਖਿਆਲ ਉਹਦਾ ਕੀ ਰੈਂਕ ਸੀਗਾ ਉਹ ਵੀ ਤੁਸੀਂ ਦੱਸਿਓ ਤੇ ਉਹਨੇ ਕੀ ਕੀਤਾ, ਤੇ 5-6 ਮਿੰਟ ਨੇ ਕਨਕਲੂਡ ਕਰੋ ਜੀ। ਇਹ ਹੈਡ ਕਾਂਸਟੇਬਲ ਸੀ ਜੁਗਤੀ ਰਾਮ। ਇਹ ਕਲਿਆਣਪੁਰੀ ਥਾਣੇ ਸੀ ਤੇ ਤਰਲੋਕਪੁਰੀ ਏਰੀਆ ਵਿੱਚ ਵੀ ਇਹਦੀ ਡਿਊਟੀ ਸੀਗੀ ਉੱਥੇ ਜੀ। ਦੇਖੋ, ਉਦੋਂ ਤਰਲੋਕਪੁਰੀ ਦੇ ਵਿੱਚ ਇਹਨਾਂ ਨੇ ਜਿੰਨੇ ਵੀ ਸਿੱਖ ਸੀਗੇ ਜੋ ਮੇਲ ਮੈਂਬਰ, ਉਹ ਤਾਂ ਲਗਭਗ ਸਾਰੇ ਮਾਰਦੇ ਸੀ। ਮੁਸ਼ਕਿਲ ਨਾਲ ਜਿਹੜੇ 10-15 ਉੱਥੋਂ ਭੱਜ ਗਏ ਸੀ, ਨਿਕਲ ਗਏ ਸੀ, ਉਹੀ ਬਚੇ ਹੋਣੇ ਆ, ਬਾਕੀ ਤਾਂ ਸਾਰੇ ਮਾਰਦੇ ਸੀ। ਹੁਣ ਜਿਵੇਂ ਉਹ ਜਿਹੜੀ ਮੂਵੀ ਆਈ ਆ ਹੁਣ ਜੋਗੀ, ਉਹਦੇ ਵਿੱਚ ਤਾਂ ਉਹਨਾਂ ਨੇ ਮੂਵੀ ਨੂੰ ਹੈਪੀ ਐਂਡਿੰਗ ਦੇਣ ਵਾਸਤੇ ਦਿਖਾ ਦਿੱਤਾ ਕਿ ਸਰਦਾਰਾਂ ਨੂੰ ਬਚਾ ਲਿਆ ਜਾਂ ਬਾਹਰ ਕੱਢ ਲਿਆ, ਪਰ ਇਨ ਰਿਐਲਿਟੀ ਦੇयर ਵਾਸ ਨੋ ਹੈਪੀ ਇਨ ਰੀਅਲ। ਮਤਲਬ ਕਿ ਇਹ ਤਾਂ ਇੰਨਾ ਬੁਰਾ ਹਾਲ ਸੀ ਕਿ ਇਹ 1984 23 ਕੇ 24 ਨਵੰਬਰ ਦੀ ਗੱਲ ਆ, ਜਦੋਂ ਮੈਂ ਰਿਲੀਫ ਕੈਂਪ 'ਚ ਗਿਆ। ਉੱਥੇ ਤਰਲੋਕਪੁਰੀ ਏਰੀਆ ਦੇ ਵਿਕਟਿਮ ਸੀਗੇ। ਉੱਥੇ ਸਿਰਫ ਔਰਤਾਂ ਤੇ ਬੱਚੇ ਮੇਲ ਮੈਂਬਰ ਕਿਸੇ ਫੈਮਿਲੀ ਸੀਗੇ। 400 ਸਿੱਖਾਂ ਨੇ ਮਾਰਿਆ ਸੀ। ਹੁਣ ਉੱਥੇ ਜੋ ਇਹ ਹਾਲ ਸੀ ਤਾਂ ਉਹ ਆਉਂਦੇ ਸੀ, ਕੁੜੀਆਂ ਨੂੰ ਜਿਹੜੀ ਚੰਗੀ ਲੱਗਦੀ ਸੀ ਚੁੱਕ ਕੇ ਲੈ ਜਾਂਦੇ ਸੀ। ਇਹ ਜਿਵੇਂ ਕਲਿਆਣਪੁਰੀ ਕੀਤਾ, ਇਹੋ ਇਹਨਾਂ ਨੇ ਤਰਲੋਕਪੁਰੀ ਕੀਤਾ। ਤੇ ਇਹ ਨਾ ਉਹ ਜੁਗਤੀ ਰਾਮ DCP ਦੇ ਕੋਲੇ ਗਿਆ। ਇਹ 3 ਕੇ 4 ਨਵੰਬਰ ਦੀ ਗੱਲ ਹੈ। DCP ਦੇ ਕੋਲੇ ਗਿਆ ਕਿ ਮੈਂ ਉਹ ਕੁੜੀਆਂ ਚੁੱਕ ਕੇ ਲੈ ਗਿਆ ਤੇ ਮੈਂ ਉਹਨਾਂ ਕੁੜੀਆਂ ਨੂੰ ਵਾਪਸ ਲੈ ਕੇ ਆਇਆ। DCP ਨੇ ਮੈਨੂੰ ਜੀਪ ਦੇ ਦਿੱਤੀ। DCP ਨੇ ਮਨਾ ਕਰਤਾ। ਉਹਨੇ ਕਿਹਾ ਜੀਪ ਦੇਣ ਤੋਂ ਮਨਾ ਕਰਤਾ। ਉਧਰੋਂ ਬਾਈ ਚਾਂਸ ਉੱਥੋਂ ਮੀਡੀਆ ਵਾਲੇ ਆ, ਉਹਨੇ ਜੁਗਤੀ ਰਾਮ ਨੇ ਜੋ ਮੀਡੀਆ ਵਾਲੇ ਆ ਗਏ, ਉਹਨੇ ਫਿਰ ਜਾਣ ਕੇ ਮੀਡੀਆ ਨੂੰ ਕਹਿਤਾ ਤੇ ਮੀਡੀਆ ਵਾਲੇ ਤੋਂ ਡਰਦੇ ਹੋਏ ਉਹਨੂੰ DCP ਨੂੰ ਜੀਪ ਦੇਣੀ ਪਈ।
ਜਦੋਂ ਜੀਪ ਕੀਤੀ ਤਾਂ ਉਹ ਜਾ ਕੇ ਘਰ ਘਰ ਤਲਾਸ਼ੀ ਲੈ ਕੇ ਸਾਰਿਆਂ ਨੇ ਉਹਨੂੰ ਕਿਹਾ ਤੈਨੂੰ ਮਾਰ ਦੇਣਗੇ ਉੱਥੇ। ਉਹ ਨਾਲ ਹੀ ਚਿੱਲਾ ਪਿੰਡ ਆ, ਚਿੱਲਾ, ਉਹ ਪਿੰਡ ਦੇ ਵਿੱਚ ਘਰ ਘਰ ਤਲਾਸ਼ੀ ਲੈ ਕੇ 30 ਕੁੜੀਆਂ ਨੂੰ ਉੱਥੋਂ ਉਹ ਬਚਾ ਕੇ ਲੈ ਕੇ ਆਇਆ ਉੱਥੋਂ ਨਿਕਾਲ, ਤੇ ਉਹ ਵਾਪਸ ਜੋ ਲੈ ਕੇ ਆਇਆ। ਜੁੱਤੀ ਰਾਮ ਨੂੰ ਇਹਨਾਂ ਨੇ ਸਸਪੈਂਡ ਕਰਤਾ ਅਵਾਰਡ ਦੇਣ ਦੀ ਬਜਾਏ। ਤੇ ਉਸ ਤੋਂ ਬਾਅਦ ਜਦੋਂ ਇਹ ਪਤਾ ਚੱਲਿਆ ਜਸਟਿਸ ਨਰੂਲਾ ਦੇ ਕੋਲੇ ਇਹ ਸਾਰੀ ਕਹਾਣੀ ਆਈ ਤੇ ਨਾਲੇ ਵਿਕਟਮ ਨੇ ਵੀ ਆ ਕੇ ਜੋ ਸਾਰਾ ਕਿਹਾ, ਤੇ ਫਿਰ ਉਹ ਉਸ ਤੋਂ ਫਿਰ ਅਕਾਲ ਤਖਤ ਦੇ ਉੱਤੇ ਪਹਿਲਾਂ ਐਚਪੀਸੀ ਨੇ ਇਹਨੂੰ ਆਨਰ ਕੀਤਾ, ਫਿਰ ਅਕਾਲ ਤਖਤ ਦੇ ਉੱਤੇ ਜੁੱਤੀ ਰਾਮ ਨੂੰ ਆਨਰ ਕੀਤਾ ਗਿਆ। ਤੇ ਹੁਣ ਜੁੱਤੀ ਰਾਮ ਤੇ ਡੈਥ ਹੋ ਗਿਆ। ਪਿੱਛੇ ਜੋ ਉਹਦੇ ਮੁੰਡੇ ਦਾ ਮੈਨੂੰ ਫੋਨ ਆਇਆ ਸੀ, ਉਹ ਸ਼ਾਇਦ ਮੇਰੇ ਖਿਆਲ ਨਾਲ ਲੁਧਿਆਣੇ ਸ਼ਿਫਟ ਕੀਤਾ ਹੁਣ। ਤੇ ਉਹ ਜੁੱਤੀ ਰਾਮ ਦੀ ਬੜਾ ਐਗਜ਼ੈਂਪਲਰੀ, ਉਹ ਹਰਿਆਣੇ ਦੇ ਵਿੱਚ ਰਹਿੰਦਾ, ਇੱਥੇ ਪਟੌਦੀ ਦੇ ਕੋਲੇ ਕਿਤੇ ਗੁਰਗਾਉਂ ਕੋਲੇ ਉਹਦਾ ਕੋਈ, ਉਹ ਮਿਲ ਕੇ ਇਸ ਤਰ੍ਹਾਂ ਬਹੁਤ ਸੀਗੇ ਪੁਲਿਸ ਵਾਲੇ, ਪਰ ਬਹੁਤ ਥੋੜੇ ਸੀਗੇ ਕਿ ਜਿਹੜੇ ਸਸਪੈਂਡ ਹੋਣ ਨੂੰ ਤਿਆਰ ਸੀ, ਕਿਉਂਕਿ ਉਹਨਾਂ ਨੇ ਇਹਨਾਂ ਦੇ ਹੁਕਮ ਨਹੀਂ ਮੰਨੇ, ਸਿੱਖਾਂ ਦੀ ਮਦਦ ਕੀਤੀ ਸੀਗੇ ਜਿਹੇ ਜੀ ਜਿਨ੍ਹਾਂ ਨੇ ਇਸ ਤਰ੍ਹਾਂ ਕਰਕੇ ਕੀਤਾ। ਤੇ ਉਹ ਜੁੱਤੀ ਰਾਮ ਦਾ ਜਿਹੜਾ ਸੀਗਾ ਉਹ ਬਲਕਿ ਜੋ ਉਹਦਾ ਇਨੀਸ਼ੀਏਟਿਵ ਸੀ, ਜੋ ਉਹਦਾ ਉਹਨੇ ਆਪਣਾ ਹੌਸਲਾ ਕਰਕੇ ਬੱਚਿਆਂ ਨੂੰ ਬਚਾਇਆ, ਬਲਕਿ ਉਹ ਬਹੁਤ ਹੀ ਸ਼ਲਾਘਾਯੋਗ ਬੜਾ ਹੋਗਾ। ਜੀ ਜੀ, ਤੇ ਆ ਕਨਕਲੂਡ ਕਰੋ ਜੀ ਕਿ ਐਟ ਦਿਸ ਟਾਈਮ ਇੱਕ ਤਾਂ ਬੜੇ ਤੁਹਾਨੂੰ ਪ੍ਰੇਜ਼ ਵੀ ਮਿਲ ਰਹੀ ਹੈ, ਮੈਂ ਦਰਸ਼ਕਾਂ ਨੂੰ ਕਹਿੰਦਾ ਕੱਲ੍ਹ ਨਹੀਂ ਲੈ ਸਕਿਆ ਹਾਲੇ ਵੀ, ਜਿਹੜੇ 26 ਅਰੈਸਟ ਪਏ ਸਾਰੇ ਸਿੱਖ ਸੀਗੇ, ਉਹ ਬੜੀ ਅਜੀਬ ਜੀ ਕਹਾਣੀ ਨਿਕਲ ਕੇ ਆਉਂਦੀ ਹੈ। ਉਹ ਡਾਕੂਮੈਂਟਾਂ ਸ਼ੁਰੂ ਕਰੋ ਜੀ। ਜਿਹੜਾ ਈਸਟ ਦਿੱਲੀ ਸੀ, ਇਹ ਈਸਟ ਦਿੱਲੀ ਜ਼ਿਲ੍ਹਾ ਸੀ, ਜ਼ਿਲ੍ਹਾ ਉਹਨੂੰ ਕਹਿੰਦੇ ਆ, ਜੋ ਪੂਰਬੀ ਦਿੱਲੀ ਜ਼ਿਲ੍ਹੇ ਦੇ ਵਿੱਚ ਟੋਟਲ ਮਤਲਬ ਕਿ ਪਹਿਲੀ ਤੇ ਦੂਜੀ ਨਵੰਬਰ ਨੂੰ 1200 ਸਿੱਖ ਸਰਕਾਰੀ ਅੰਕੜਿਆਂ ਮੁਤਾਬਕ ਮਾਰੇ, ਵੈਸੇ ਤਾਂ 2000 ਤੋਂ ਵੀ ਉੱਪਰ ਅੰਕੜਾ। ਤੇ ਪਹਿਲੀ ਤੇ 2 ਨਵੰਬਰ ਨੂੰ ਇਹਨਾਂ ਨੇ ਟੋਟਲ ਸਾਰੇ ਜ਼ਿਲ੍ਹੇ 'ਚ 26 ਬੰਦਿਆਂ ਨੂੰ ਗ੍ਰਿਫਤਾਰ ਕੀਤਾ, ਸਾਰੇ ਜ਼ਿਲ੍ਹੇ ਵਿੱਚ 26 ਬੰਦਿਆਂ ਨੂੰ ਗ੍ਰਿਫਤਾਰ ਕੀਤਾ, ਤੇ 26 ਤੇ 26 ਸਿੱਖਾਂ ਨੂੰ ਮਾਰਿਆ ਜਾ ਰਿਹਾ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ, ਉਹਨਾਂ ਨੂੰ ਅੰਦਰ ਪਾਇਆ ਜਾ ਰਿਹਾ। ਮਤਲਬ ਕਿ ਰਾਈਟ ਟੂ ਡਿਫੈਂਸ ਵੀ ਸਿੱਖਾਂ ਕੋਲੋਂ ਖੋਲਿਆ ਸੀ, ਰਾਈਟ ਟੂ ਡਿਫੈਂਸ ਵੀ ਖੋਲਿਆ ਸੀ ਸਿੱਖਾਂ। ਮਤਲਬ ਕਿ ਇਹ ਜੇ ਉਦੋਂ ਹਾਲਤ ਸੀਗੇ, ਇਸ ਤਰ੍ਹਾਂ ਦੀ ਸਿਚੁਏਸ਼ਨ ਅੱਜ ਕੋਈ ਇਮੈਜਿਨ ਵੀ ਨਹੀਂ ਕਰ ਸਕਦਾ ਅੱਜ ਦੇ ਦਿਨ ਵਿੱਚ ਕਿ ਦਿੱਲੀ ਦੇ ਵਿੱਚ ਵੀ ਕਦੇ ਇਹੋ ਜਿਹਾ ਹਾਲਤ ਹੋ ਸਕਦਾ ਜਿੱਥੇ ਕਿ ਜਿਹੜਾ ਆਪਣੇ ਘਰੇ ਬੈਠੇ ਆਪਣੇ ਬੱਚਿਆਂ ਨੂੰ ਉਹ ਡਿਫੈਂਡ ਕਰ ਰਿਹਾ। ਹੋਰ ਵੀ ਬਹੁਤ ਕਹਾਣੀਆਂ ਥਰੂ ਆਊਟ ਦਿੱਲੀ ਹੀ ਹੈ, ਹੁਣ ਟਾਈਮ ਨਹੀਂ ਹੈ, ਨਹੀਂ ਜੇ ਤੁਹਾਨੂੰ ਸੁਣਾਉਂਗਾ। ਥਰੂ ਆਊਟ ਦਿੱਲੀ ਬੜੀ ਲੋਕਾਂ ਦੀ ਟਿੱਪਣੀਆਂ ਨਵੀਆਂ ਡਿਵੈਲਪਮੈਂਟਸ ਤੇ ਆਈਆਂ, ਬੜੇ ਹੈਰਤ ਅੰਗੇਜ਼, ਜਿਹੜੇ ਬੜੇ ਕੀ ਲੋਕ ਖਾਸ ਕਰਕੇ ਬੱਚੇ ਜਿਹੜੇ ਉਸ ਤੋਂ ਬਾਅਦ ਪੈਦਾ ਹੋਏ ਆ, ਉਹ ਇੰਡੀਆ 'ਚ 10-10 ਸਾਲ ਪੈਦਾ ਹੋਣ ਤੋਂ ਬਾਅਦ ਇੱਥੇ ਆਏ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ। ਤੇ ਜਦੋਂ ਉਹ ਕੋਈ ਬੱਚਾ ਹੁੰਦਾ ਜਿਹੜਾ ਰਿਸਰਚ ਕਰਦਾ ਤਾਂ ਉਹ ਜਾਣਨਾ ਚਾਹੁੰਦੇ, ਤੇ ਪੇਰੈਂਟਸ ਵੀ ਜਾਣਨਾ ਚਾਹੁੰਦੇ। ਕੁਛ ਲੋਕ ਉਦੋਂ ਦੇ ਬਾਹਰ ਆਏ ਹੋਏ ਆ ਨਾ, ਇਹਨੇ ਦੁਖਾਂਤਾਂ ਦੇ ਮਾਰੇ ਹੋਏ। ਸਰ ਲਾਸਟ ਦੇ ਵਿੱਚ ਆਪਣੇ ਕੋਲ 2 ਮਿੰਟ ਹੈ। ਆਪਾਂ ਨਹੀਂ ਕਹਿੰਦੇ ਕਿ ਪੋਲੀਟੀਕਲ ਲੋਕ ਕੀ ਕਹਿੰਦੇ, ਆਪਾਂ ਨਹੀਂ ਕਹਿੰਦੇ ਕਿ ਲੋਕ ਕੀ ਕਹਿੰਦੇ। ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਇੱਕ ਸੱਚੇ ਸੁੱਚੇ ਬੰਦੇ ਤੋਂ ਕਿ ਤੁਸੀਂ ਸ਼ੁਕਰਗੁਜ਼ਾਰ ਹੋ ਉਸ ਪਰਵਰਦਿਗਾਰ ਦੇ, ਉਸ ਪਰਮ ਪਿਤਾ ਪਰਮਾਤਮਾ ਦੇ ਕਿ ਤੁਸੀਂ ਪੋਲੀਟੀਕਲ ਆਪਦਾ ਬਹੁਤ ਵਧੀਆ ਕੈਰੀਅਰ ਸੀ, ਉਹ ਕਰੀਅਰ ਨੂੰ ਛੱਡ ਕੇ ਇੱਧਰ ਆਏ ਤੇ ਰਿਜ਼ਲਟ ਵੀ ਮਿਲ ਰਹੇ। ਦੇਖੋ ਇਹ ਤਾਂ ਗੁਰਲਾਲ ਜੀ ਕਹਿਣ ਵਾਲੀ ਗੱਲ ਹੀ, ਮੈਂ ਤਾਂ ਰੋਜ਼ ਬਾਬੇ ਦਾ ਸ਼ੁਕਰੀਆ ਕਰਦਾ ਕਿ ਇੰਨੀ ਹਿੰਮਤ ਦਿੱਤੀ ਹੈ, ਉਹਨੇ ਵਾਹਿਗੁਰੂ ਨੇ ਹਿੰਮਤ ਦਿੱਤੀ ਹੈ। ਦੇਖੋ ਮੈਂ ਜੇਕਰ ਉੱਥੇ ਬੈਠਾ ਰਹਿੰਦਾ ਤੇ ਸੱਜਣ ਕੁਮਾਰ ਨੇ ਇੱਥੇ ਛੁੱਟ ਜਾਣਾ ਸੀ, ਜੇ ਉਹ ਛੁੱਟ ਜਾਂਦਾ 100% ਉਹਨੇ MP ਬਣ ਕੇ ਬੈਠਿਆ ਹੋਣਾ ਸੀ। ਅੱਜ ਮੈਂ ਉੱਥੇ ਮੰਤਰੀ ਬਣ ਕੇ ਬੈਠਾ ਹੁੰਦਾ, ਉਹਨੇ ਇੱਥੇ MP ਬਣ ਕੇ ਬੈਠਾ ਹੋਣਾ ਸੀ। ਮੈਂ ਆਪਣੇ ਆਪ ਨੂੰ ਮਾਫ ਨਹੀਂ ਕਰ ਸਕਦਾ, ਕਿਉਂਕਿ ਦੇਖੋ ਇੱਥੇ ਮੇਰੇ ਬਿਨਾਂ ਕੋਈ ਹੋਰ ਹੈ ਨਹੀਂ। ਉੱਥੇ ਤਾਂ ਬਹੁਤ ਕੰਪੀਟੈਂਟ ਬੰਦੇ, ਕਾਬਲ ਤੋਂ ਕਾਬਲ ਬੰਦੇ ਉੱਥੇ ਬੈਠੇ ਨੇ ਜਿਹੜੇ ਉਹ ਕਰ ਸਕਦੇ ਆ। ਇੱਥੇ ਮੇਰੇ ਬਿਨਾਂ ਕੋਈ ਹੈ ਨਹੀਂ। ਜੇ ਮੈਂ ਛੱਡ ਕੇ ਚਲਾ ਜਾਂਦਾ ਨਾ ਤਾਂ ਮੈਂ ਸ਼ਾਇਦ ਆਪਣੇ ਆਪ ਨੂੰ ਮਾਫ ਨਹੀਂ ਕਰ ਪਾਉਂਦਾ। ਮੈਂ ਤਾਂ ਬਾਬੇ ਦਾ ਰੋਜ਼ ਸ਼ੁਕਰ ਕਰਦਾ ਕਿ ਬਾਬੇ ਨੇ ਹਿੰਮਤ ਦਿੱਤੀ, ਚਾਹੇ ਲੋਕ ਨਾਰਾਜ਼ ਸੀ, ਲੋਕਾਂ ਨੇ ਗਾਲਾਂ ਵੀ ਕੱਢੀਆਂ, ਬੜਾ ਕੁਝ ਕੀਤਾ, ਪਰ ਇਹ ਵਾਹਿਗੁਰੂ ਨੇ ਹਿੰਮਤ ਦਿੱਤੀ ਤੇ ਇਹ ਜਿਹੜਾ ਕਰਕੇ ਉਸ ਤੋਂ ਬਾਅਦ ਸਫਲਤਾ ਵੀ ਬਖਸ਼ੀ ਨਾਲ। ਮੈਂ ਤਾਂ ਇਸ ਚੀਜ਼ ਦਾ ਰੋਜ਼ ਦਾਤੇ ਦਾ ਸ਼ੁਕਰ ਕਰਦਾ। ਜੀ ਫੁਲਕਾ ਸਾਹਿਬ ਤੁਸੀਂ ਅੱਜ ਟਾਈਮ ਕੱਢਿਆ। ਆਪਾਂ ਲੋਕਾਂ ਨੂੰ ਇੱਕ ਹੋਰ ਕਹਿ ਦਿਆਂ, ਜਦੋਂ ਮੇਰਾ ਆਪਣਾ ਐਕਸਪੀਰੀਅੰਸ ਹੈ, ਜਦੋਂ ਇਹੋ ਜਿਹੇ ਸਾਂਝੇ ਕੰਮ ਕਰਨੇ ਹੋਣ ਨਾ ਤਾਂ ਉਦੋਂ ਉਸ ਬੰਦੇ ਨੂੰ ਜੇ ਮਤਲਬ ਕਿ ਇੰਨਾ ਜ਼ਿਆਦਾ ਉਹ ਮੁੱਦਾ ਉਸ ਬੰਦੇ ਦੇ ਨਾਲ ਜੁੜ ਗਿਆ, ਜਿਵੇਂ 84 ਮੇਰੇ ਨਾਲ ਜੁੜ ਗਿਆ, ਤੇ ਉਹਨੂੰ ਕਦੇ ਵੀ ਇੱਕ ਪੋਲੀਟੀਕਲ ਪਾਰਟੀ ਦੇ ਵਿੱਚ ਨਹੀਂ ਜਾਣਾ ਚਾਹੀਦਾ, ਕਿਉਂਕਿ ਉਹ ਮੁੱਦੇ ਤੇ ਅਸਰ ਹੁੰਦਾ, ਦੂਜੀਆਂ ਉਹਦੇ ਖਿਲਾਫ ਹੋ ਜਾਂਦੀਆਂ।
ਜੀ ਜੀ ਦੂਜੀਆਂ ਖਿਲਾਫ ਜਾਂ ਮੇਰਾ ਆਪਾਂ ਆਮ ਕੀ ਕਰਦੇ ਆ, ਜੇ ਕੋਈ ਬੰਦਾ ਵਧੀਆ ਕੰਮ ਕਰਦਾ ਉਹਨੂੰ ਕਹਿੰਦੇ ਪੋਲਿਟਿਕਸ ਗਲਤ ਹੈ ਨਾ। ਜੀ 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 ਮੇਰਾ ਆਪਣਾ ਤਜਰਬਾ, ਮੈਂ ਖੁਦ ਮੱਛੀ ਚੱਟ ਕੇ ਕਹਿੰਦੇ ਪੱਥਰ ਨੂੰ ਚੱਟ ਕੇ ਮਣ ਕੇ, ਇਹ ਨਾ ਕਰੋ। ਜਿਹੜਾ ਬੰਦਾ ਕੋਈ ਚੰਗਾ ਵਧੀਆ ਕੰਮ ਕਰ ਰਿਹਾ ਉਹਨੂੰ ਉਹ ਕਰਨ ਦਿਓ। ਸਮਾਂ ਨੂੰ ਕਹੋ ਭਾਈ ਪੋਲਿਟਿਕਸ 'ਚ ਨਹੀਂ ਜਾਣਾ। ਇੱਕ ਪਾਰਟੀ ਨਾਲ ਜੁੜ ਕੇ ਉਹ ਮੁੱਦੇ ਤੇ, ਇੱਥੇ ਮੈਂ ਦੇਖਿਆ ਮੇਰੇ ਇੱਕ ਪਾਰਟੀ ਨਾਲ ਜਾਣ ਦੇ ਨਾਲ ਇਹ ਮੁੱਦੇ ਦੇ ਉੱਤੇ ਅਸਰ ਪਿਆ ਸੀ। ਉਹ ਸਾਰੇ ਕੇਸ ਰੁਕ ਗਏ ਸੀ, ਡਿਵੈਲਪਮੈਂਟ ਸਾਰੇ ਕੇਸਾਂ ਜੋ ਮੈਂ ਅਸਤੀਫਾ ਦੇ ਕੇ ਲਾਇਆ ਉਦੋਂ ਬਾਅਦ ਸ਼ੁਰੂ ਹੋਇਆ ਸਾਰੇ ਸਾਰੇ ਜੀ। तो इस करके जिन्हों ने सांझे काम करने उन्होंने वही काम करने चाहिए। बिल्कुल उन्होंने किसी एक पार्टी नाल लग के या पॉलिटिक्स के विच जाके उन्होंने नहीं जाना चाहिए। मेरा ये तजर्बा कहता ते मैं दूजियां नूं भी यही हथ जोड़ के बेनती करदा, जिहड़े इहो जे सांझे काम कर रहे आ वो अपने इशू ते रहो, अपने काम ते रहो, ना कि किसी लालच च आके किते इधर उधर जाओ। देखो बाबा बहुत कुछ दिंदा, मैनूं बड़ा दिता बाबे ने, कोई नहीं कि मैं मंत्री अहुदा छड्ड के मैं कोई नुकसान चाहना, किते चंगा मैं ਕਿਤੇ ਚੰਗਾ। ਬਾਬੇ ਨੇ ਬਹੁਤ ਕੁਝ ਦਿੱਤਾ ਬੜਾ। ਅਸੀਂ ਅਰਦਾਸ ਕਰਦੇ ਫੁਲਕਾ ਸਾਹਿਬ ਤੁਸੀਂ ਇਦਾਂ ਚੜ੍ਹਦੀ ਕਲਾ ਚ ਰਹੋ ਤੇ ਇਨਸਾਨੀਅਤ ਕੱਲੇ ਸਿੱਖਾਂ ਲਈ ਨਹੀਂ, ਇਨਸਾਨੀਅਤ ਲਈ ਜਿਹੜੇ ਵੀ ਮੁੱਦੇ ਆਉਂਦੇ ਲੜਦੇ ਰਹੋ ਤੇ ਆਪ ਦਾ ਪੂਰਾ ਖਿਆਲ ਰੱਖਣਾ। ਅੱਜ ਤੁਸੀਂ ਟਾਈਮ ਕੱਢਿਆ, ਤੁਹਾਨੂੰ ਇੱਕ ਨਵੇਂ ਮੁੱਦੇ ਤੇ ਲੈ ਕੇ ਫਿਰ ਥੋੜੇ ਦਿਨਾਂ ਤੱਕ ਆਵਾਂਗੇ, ਉਦੋਂ ਤੱਕ ਤੁਸੀਂ ਆਪ ਦਾ ਪੂਰਾ ਖਿਆਲ ਰੱਖਣਾ। ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢਿਆ ਅੱਜ ਫੁਲਕਾ ਸਾਹਿਬ। ਬਹੁਤ ਬਹੁਤ ਮਿਹਰਬਾਨੀ। ਦਰਸ਼ਕ ਸਨ ਸੀਨੀਅਰ ਐਡਵੋਕੇਟ ਐਚ.ਐਸ. ਫੂਲਕਾ। ਨਵੀਂ ਡਿਵੈਲਪਮੈਂਟ ਜਿਹੜੀ ਆਈ ਸੀ ਤੁਹਾਡੇ ਰੂਬਰੂ ਕੀਤੀ। ਹੋਪਫੁਲੀ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਊਗਾ। ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ, ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।